सब्सक्राइब करें हमारा ऑफिशियल यूट्यूब चैनल और बेल आइकन दबाकर पाएं सभी नोटिफिकेशन। ਹੈਲੋ ਐਂਡ ਵੈਲਕਮ ਇਨ ਦਿਸ ਸਪੈਸ਼ਲ ਪ੍ਰੋਗਰਾਮ। ਔਰ ਅੱਜ ਦੇ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਮਹਿਮਾਨ ਨੇ, ਜਿਹੜੇ ਸਾਡੇ ਗੈਸਟ ਨੇ, ਉਹ ਵੀ ਕਾਫੀ ਖਾਸ ਸਥਾਨ ਰੱਖਦੇ ਨੇ, ਉਹ ਵੀ ਸਪੈਸ਼ਲ ਨੇ। ਔਰ ਅੱਜ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਕੈਨੇਡਾ ਦੀ ਧਰਤੀ 'ਤੇ, ਔਰ ਟੋਰੰਟੋ ਸ਼ਹਿਰ ਤੋਂ ਸਾਡੇ ਨਾਲ ਜਿਹੜੇ ਸ਼ਖਸੀਅਤ ਇਸ ਸਮੇਂ ਸਾਡੇ ਨਾਲ ਰੂਬਰੂ ਨੇ, ਸਾਡੇ ਨਾਲ ਮੁਖਾਤਬ ਨੇ। ਉਹਨਾਂ ਦਾ ਨਾਮ ਹੈ ਸ਼ਮੀਲ ਜਸਵੀਰ। ਵੈਸੇ ਤਾਂ ਇਹਨਾਂ ਦੇ ਨਾਮ ਨੂੰ ਕਿਸੇ ਇੰਟਰੋਡਕਸ਼ਨ ਦੀ ਲੋੜ ਨਹੀਂ। ਇੱਕ ਮੰਨੇ ਹੋਏ ਲੇਖਕ ਨੇ, ਮੰਨੇ ਹੋਏ ਰਾਈਟਰ ਨੇ, ਜਰਨਲਿਜ਼ਮ ਦੀ ਦੁਨੀਆ 'ਚ ਇਹਨਾਂ ਦਾ ਵੱਡਾ ਨਾਮ ਹੈ। ਟੈਲੀਵਿਜ਼ਨ ਪ੍ਰੈਜ਼ੈਂਟਰ ਨੇ, ਰੇਡੀਓ ਪ੍ਰੈਜ਼ੈਂਟਰ ਨੇ। ਸ਼ਮੀਲ ਜਸਵੀਰ ਇਸ ਸਮੇਂ ਸਾਡੇ ਨਾਲ ਟੋਰੰਟੋ ਤੋਂ ਲਾਈਵ ਮੌਜੂਦ ਨੇ। ਸ਼ਮੀਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਨਵੀਨ ਜੀ, ਬਹੁਤ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ। ਬੜੀ ਮੁੱਦਤ ਬਾਅਦ ਇਹਨੇ ਸਬਬ ਬਣਾਇਆ, ਦੇਖੋ ਕੋਵਿਡ ਕ੍ਰਾਈਸਿਸ ਨੇ। ਹਾਂ, ਇਹ ਬੜੇ ਦਿਨਾਂ ਬਾਅਦ ਸਬਬ ਬਣਿਆ ਕਿ ਅਸੀਂ ਦੋਨੋਂ ਇੱਕ ਦੂਜੇ ਦੇ ਰੂਬਰੂ ਹੋ ਰਹੇ ਹਾਂ। ਇੱਕੋ ਮੀਡੀਆ ਦੇ ਵਿੱਚੋਂ, ਇੱਕੋ ਕਿਸੇ ਪ੍ਰੋਫੈਸ਼ਨ ਦੇ ਵਿੱਚ ਅਸੀਂ ਹੋ ਕੇ। ਅਤੇ ਪਰ ਤੁਹਾਡੇ ਬਾਰੇ 'ਚ ਮੈਂ ਇੱਕ ਗੱਲ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੇ ਦਰਸ਼ਕਾਂ ਨੂੰ ਵੀ ਇਹ ਦੱਸਣਾ ਚਾਹਾਂ ਕਿ ਜੋ ਸ਼ਮੀਲ ਜੀ ਨੂੰ ਬਹੁਤ ਨਜ਼ਦੀਕ ਤੋਂ ਜਾਣਦੇ ਨੇ, ਅਤੇ ਉਹ ਤਾਂ ਇਹਨਾਂ ਦੇ ਕਾਇਲ ਹੈਗੇ ਨੇ। ਜਿਹੜੇ ਸਾਡੇ ਦਰਸ਼ਕ ਨਵੇਂ ਨੇ, ਜਿਹੜੇ ਇਹਨਾਂ ਦੇ ਬਾਰੇ ਹੋਰ ਥੋੜ੍ਹਾ ਇੰਟਰੋਡਕਸ਼ਨ ਚਾਹੁੰਦੇ ਨੇ, ਉਹਨਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਸ਼ਮੀਲ ਜੀ ਰੋਪੜ ਦੀ ਤੋਂ ਬਿਲੋਂਗ ਕਰਦੇ ਨੇ, ਪੰਜਾਬ ਦੀ ਸਰਜ਼ਮੀਨ ਨਾਲ ਜੁੜੇ ਨੇ, ਅਤੇ ਰੋਪੜ ਤੋਂ ਲੈ ਕੇ ਹੁਣ ਟੋਰੰਟੋ ਦੇ ਵਿੱਚ ਜਾ ਕੇ ਇਹਨਾਂ ਨੇ ਝੰਡੇ ਗਾੜੇ ਹੋਏ ਨੇ। ਇਹ ਗੱਲ ਠੀਕ ਹੈ ਨਾ ਜੀ? ਜੀ ਝੰਡੇ ਕੱਢਣ ਵਾਲੀ ਛੱਡ ਦਿਓ ਵਿੱਚ, ਬਾਕੀ ਠੀਕ ਹੈ। ਬਾਕੀ ਠੀਕ ਹੈ। ਸ਼ਮੀਲ ਜੀ, ਤੁਸੀਂ ਇੱਕ, ਮੈਂ ਕਹਿੰਦਾ ਤੁਸੀਂ ਆਪਣੇ ਪੰਜਾਬੀ ਭਾਈਚਾਰੇ ਨੂੰ ਦੇ ਨੁਮਾਇੰਦੇ ਹੋ। ਇਸ ਸਮੇਂ ਸਾਡੇ ਨਾਲ ਇੱਕ ਇੰਡੀਅਨ ਕਮਿਊਨਿਟੀ ਦੇ ਨੁਮਾਇੰਦੇ ਬਣ ਕੇ ਸਾਡੇ ਨਾਲ ਬੈਠੇ ਹੋ। ਤੁਸੀਂ ਇਹਨਾਂ ਸਾਰੀ ਚੀਜ਼ਾਂ ਨੂੰ ਬੜੇ ਗੌਰ ਨਾਲ, ਆਪਣੇ ਨਜ਼ਦੀਕੀ ਨਾਲ ਦੇਖਦੇ ਹੋ। ਇੱਕ ਤੁਹਾਡਾ ਜਿਹੜਾ ਇੱਕ ਰਾਈਟਰ ਹੋ, ਤੁਸੀਂ ਇੱਕ ਲੇਖਕ ਹੋ, ਉਹਦਾ ਇੱਕ ਨਜ਼ਰੀਆ ਜਿਹੜਾ ਹੁੰਦਾ ਉਹ ਅਲੱਗ ਹੁੰਦਾ ਦੇਖਣ ਦਾ। ਉਹ ਕਹਿੰਦੇ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚ ਜਾਏ ਕਵੀ। ਅਤੇ ਇੱਕ ਤੁਹਾਡਾ ਜਿਹੜਾ ਨਜ਼ਰੀਆ ਹੈ ਹਰ ਚੀਜ਼ ਨੂੰ ਦੇਖਣ ਦਾ, ਤੁਹਾਡਾ ਜਿਹੜਾ ਦ੍ਰਿਸ਼ਟੀਕੋਣ ਹੈ, ਜੋ ਤੁਹਾਡਾ ਇੱਕ ਕੌਨਸੈਪਟ ਹੈ ਚੀਜ਼ਾਂ ਨੂੰ ਸਮਝਣ ਦਾ, ਉਹਦੇ ਨਾਲ ਸਾਡੇ ਦਰਸ਼ਕ ਜਿਹੜੇ ਅੱਜ ਥੋੜ੍ਹੇ ਜਿਹੇ ਉਹਦੇ ਨਾਲ ਉਹਨਾਂ ਨੂੰ ਫਾਇਦਾ ਹੋਏਗਾ ਤੁਹਾਡੀ ਜਿਹੜੀ ਸਾਰੀਆਂ ਚੀਜ਼ਾਂ ਨੂੰ ਸਮਝਣ ਦਾ। ਲੇਕਿਨ ਜਦੋਂ ਅੱਜ ਅਸੀਂ ਗੱਲ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ, ਗੱਲ ਕਰਦੇ ਹਾਂ ਟੋਰੰਟੋ 'ਚ ਤੁਹਾਡੇ ਨਾਲ ਬੈਠ ਕੇ, ਜਦੋਂ ਇੱਕ ਸਵਾਲ ਉੱਠਦਾ ਹੈ ਜੀ ਕਿ ਇੰਡੀਅਨ ਕਮਿਊਨਿਟੀ ਦੀ ਅਸੀਂ ਗੱਲ ਕਰੀਏ, ਪੰਜਾਬੀ ਭਾਈਚਾਰੇ ਦੀ ਕਰੀਏ। ਅੱਜ ਸਾਨੂੰ ਪੰਜਾਬ ਦੇ ਹੋਰ ਮੁਲਕਾਂ ਦੇ ਕਰੋੜਾਂ ਦਰਸ਼ਕ ਸਾਨੂੰ ਇਸ ਟਾਈਮ ਦੇਖ ਰਹੇ ਨੇ। ਉਹਨਾਂ ਦੇ ਆਪਣੇ ਕਈ ਅਜ਼ੀਜ਼ ਉੱਥੇ ਬੈਠੇ ਨੇ, ਕਈ ਉਹਨਾਂ ਦੇ ਰਿਸ਼ਤੇਦਾਰ ਉੱਥੇ ਨੇ, ਕਈਆਂ ਦੇ ਬੱਚੇ ਉੱਥੇ ਪੜ੍ਹਨ ਗਏ ਹੋਏ ਨੇ ਕੈਨੇਡਾ ਦੇ ਵਿੱਚ। ਜੇ ਅਸੀਂ ਗੱਲ ਕਰੀਏ ਕਰੋਨਾ ਦੀ, ਅੱਜ ਦੀ ਡੇਟ ਦੇ ਵਿੱਚ ਉੱਥੇ ਕੀ ਤਸਵੀਰ ਹੈ, ਇੰਡੀਅਨ ਕਮਿਊਨਿਟੀ ਦੇ ਉੱਤੇ ਕੀ ਅਸਰ ਪਿਆ ਹੈ, ਪੰਜਾਬੀ ਭਾਈਚਾਰੇ 'ਤੇ ਕੀ ਅਸਰ ਪਿਆ ਹੈ, ਔਰ ਜਿਹੜੇ ਸਾਡੇ ਇੱਥੋਂ ਬੱਚੇ ਗਏ ਨੇ ਸਟੂਡੈਂਟਸ ਉੱਥੇ ਪੜ੍ਹਨ ਵਾਸਤੇ, ਅੱਜ ਦੀ ਡੇਟ 'ਚ ਕੀ ਤਸਵੀਰ ਹੈ, ਜਿਹੜੇ ਸਾਡੇ ਦਰਸ਼ਕਾਂ ਨਾਲ ਤੁਸੀਂ ਕੀ ਸ਼ੇਅਰ ਕਰਨਾ ਚਾਹੋਗੇ ਸ਼ੁਰੂ ਦੇ ਵਿੱਚ? ਨਵੀਨ ਜੀ, ਤੁਸੀਂ ਗੱਲ ਕਰ ਰਹੇ ਹੋ ਤਾਂ ਬਹੁਤ ਸਾਰੇ ਨੂੰ ਫਿਕਰ ਹੋਏਗਾ, ਕਿਸੇ ਦਾ ਕੋਈ ਪਰਿਵਾਰ ਦਾ ਮੈਂਬਰ ਹੈ, ਕਿਸੇ ਦਾ ਬੱਚਾ ਪੜ੍ਹਨ ਗਿਆ ਹੋਇਆ। ਸੋ ਮੈਂ ਪਹਿਲੀ ਗੱਲ ਤੇ ਇਹ ਕਹਿਣਾ ਚਾਹੁੰਦਾ ਹਾਂ ਸਾਰਿਆਂ ਨੂੰ ਕਿ ਫਿਕਰ ਵਾਲੀ ਕੋਈ ਗੱਲ ਨਹੀਂ। ਤੁਹਾਡੇ ਬੱਚੇ, ਤੁਹਾਡੇ ਪਰਿਵਾਰਾਂ ਦੇ ਮੈਂਬਰ ਇੱਥੇ ਬਿਲਕੁਲ ਸੇਫ ਨੇ, ਕਿਉਂਕਿ ਦੋ ਗੱਲਾਂ ਕਰਕੇ। ਇੱਕ ਤੇ ਇਸ ਮੁਲਕ ਦਾ ਜਿਹੜਾ ਸਿਸਟਮ ਹੈ, ਇਸ ਮੁਲਕ ਦੀ ਸਰਕਾਰ ਹੈ, ਉਹ ਸਭ ਦਾ ਧਿਆਨ ਰੱਖ ਰਹੀ ਹੈ। ਦੂਸਰਾ, ਜਿਹੜੀ ਕਮਿਊਨਿਟੀ ਹੈ ਉਹ ਵੀ ਇੱਕ ਦੂਜੇ ਦਾ ਧਿਆਨ ਰੱਖ ਰਹੀ ਹੈ। ਜਿਵੇਂ ਹੁਣ ਬੱਚਿਆਂ ਦੀ ਗੱਲ ਆ ਰਹੀ, ਬੱਚਿਆਂ ਦਾ ਫਿਕਰ ਹੋ ਸਕਦਾ, ਕੁਦਰਤੀ ਹੈ ਪੈਰੈਂਟਸ ਨੂੰ। ਮੇਰੇ ਵੀ ਬਹੁਤ ਸਾਰੇ ਦੋਸਤ ਨੇ ਜਿਨ੍ਹਾਂ ਦੇ ਇੱਥੇ ਬੱਚੇ ਪੜ੍ਹਦੇ ਨੇ, ਤੇ ਉਹਨਾਂ ਬੱਚਿਆਂ ਦਾ ਵੀ ਧਿਆਨ ਰੱਖ ਰਹੇ ਨੇ ਲੋਕ, ਤੇ ਬੱਚਿਆਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾ ਰਹੀ। ਸਾਰਾ ਕੁਝ ਠੀਕ ਹੈ, ਇਸ ਕਰਕੇ ਫਿਕਰ ਵਾਲੀ ਕੋਈ ਗੱਲ ਨਹੀਂ ਹੈ। ਬਾਕੀ ਜਿਹੜੀ ਇਹ ਕਰੋਨਾ ਦੀ ਲੜਾਈ ਹੈ, ਇਹ ਤਾਂ ਸਾਰੀ ਦੁਨੀਆ ਨੇ ਐਕਸਪੀਰੀਅੰਸ ਕੀਤੀ ਹੈ, ਤੇ ਅਸੀਂ ਵੀ ਇਹਦੇ ਤੋਂ ਲੰਘ ਕੇ ਹਟੇ ਹਾਂ। ਹੁਣ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਸਿਚੁਏਸ਼ਨ, ਜਿਹੜੇ ਸਾਡੇ, ਮੈਂ ਜਿੱਥੇ ਟੋਰੰਟੋ 'ਚ ਆਇਆ, ਸਾਡਾ ਇਹ ਪ੍ਰੋਵਿੰਸ, ਤੇ ਸਾਡੇ ਨਾਲ ਲੱਗਦਾ ਜਿਹੜਾ ਪ੍ਰੋਵਿੰਸ ਹੈਗਾ ਕਿਊਬੈਕ, ਜਿੱਥੇ ਮੌਂਟਰੀਅਲ ਜਿਹੜਾ ਵੱਡਾ ਸ਼ਹਿਰ ਹੈ, ਸਾਡੇ ਸਭ ਤੋਂ ਵੱਧ ਇਫੈਕਟਡ ਇਹ ਦੋ ਪ੍ਰੋਵਿੰਸ ਸੀਗੇ। ਬਾਕੀ ਜਿਹੜੇ ਪ੍ਰੋਵਿੰਸ ਨੇ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਖਰਾਬ ਹਾਲਤ ਕਦੇ ਵੀ ਨਹੀਂ ਹੋਈ। ਸੋ ਸਾਡੇ ਵੀ ਹੁਣ ਹਾਲਤ ਕਾਫੀ ਹੱਦ ਤੱਕ ਠੀਕ ਹੈ, ਸਾਡੇ ਨੰਬਰ ਕਾਫੀ ਘੱਟ ਗਏ ਨੇ, ਸਾਡੇ ਜਿਹੜੀ ਇਕੋਨਮੀ ਹੈ ਉਹ ਵੀ ਦੁਬਾਰਾ ਖੁੱਲਣੀ ਸ਼ੁਰੂ ਹੋ ਗਈ ਆ। ਸਾਨੂੰ ਅਸੀਂ ਸਟੇਜ 2 ਕਹਿ ਰਹੇ ਹਾਂ। ਸਟੇਜ 2 ਦਾ ਮਤਲਬ ਹੈ ਕਿ ਤਕਰੀਬਨ ਬਹੁਤਾ ਜਿਹੜਾ ਕੁਛ ਹੈ, ਬਹੁਤੇ ਬਿਜ਼ਨਸ ਨੇ ਉਹ ਖੁੱਲ੍ਹ ਚੁੱਕੇ ਨੇ, ਥੋੜ੍ਹੀਆਂ ਬਹੁਤ ਰੋਕਾਂ ਨੇ। ਇਸ ਕਰਕੇ ਕੁੱਲ ਮਿਲਾ ਕੇ ਅਸੀਂ ਹੁਣ ਠੀਕ ਹੈਗੇ, ਕੋਈ ਫਿਕਰ ਵਾਲੀ ਗੱਲ ਨਹੀਂ। ਅੱਛਾ, ਮੈਂ ਇੱਕ ਨਿਊਜ਼ਪੇਪਰਸ ਦੀ ਰਿਪੋਰਟਸ ਪੜ੍ਹ ਰਿਹਾ ਸੀ, ਕੁਝ ਵੈਬਸਾਈਟਸ ਵੀ ਦੇਖ ਰਿਹਾ ਸੀ ਕੈਨੇਡੀਅਨ ਨਿਊਜ਼ਪੇਪਰਸ ਦੀ। ਇੱਕ ਕੋਈ ਫਿਗਰ ਮੈਂ ਪੜ੍ਹ ਰਿਹਾ ਸੀ ਕਿ 3 ਲੱਖ ਤੋਂ ਜ਼ਿਆਦਾ ਜਿਹੜੇ ਸਟੂਡੈਂਟਸ ਸੀਗੇ, ਇੰਡੀਅਨ ਸਟੂਡੈਂਟਸ, ਤੁਹਾਡਾ ਗ੍ਰੇਟਰ ਟੋਰੰਟੋ ਏਰੀਆ ਜਿਹੜਾ ਕਹਿੰਦੇ ਹੋ,
ਉਹਦੇ ਵਿੱਚ ਸਟ੍ਰੈਂਡਡ ਸੀ, ਉਹਦੇ ਵਿੱਚ ਫਸੇ ਹੋਏ ਸੀਗੇ। ਅਜੇ ਵੀ ਕਈ ਬੱਚੇ ਇਹ ਵੀ ਹੋਏਗਾ ਕਿ ਲੋਕਡਾਊਨ ਦੇ ਵਿੱਚ ਉਹਨਾਂ ਨੂੰ ਘਰ ਰਹਿਣਾ ਪਿਆ। ਜਿਹੜੇ ਕਈ ਬੱਚੇ ਨੇ ਜਿਹੜੇ ਨਾਲ ਪੜ੍ਹਦੇ ਨੇ, ਨਾਲ ਥੋੜ੍ਹਾ ਬਹੁਤ ਜੌਬ ਕਰਦੇ ਨੇ, ਉਹਨਾਂ ਨੂੰ ਜੋ ਉਹਨਾਂ ਨੂੰ ਅਲਾਉਡ ਹੈਗਾ ਕਰਨ ਵਾਸਤੇ, ਉਹਨਾਂ ਦੀ ਉਹ ਰੋਜ਼ ਜਿਹੜਾ ਕਹਿੰਦੇ ਆ ਕਿ ਜੋ ਜੌਬ ਸੀਗੇ ਉਹ ਥੋੜ੍ਹੇ ਘੱਟ ਹੋ ਗਏ। ਦੇ ਵੈਂਟ ਇਨਟੂ ਇਕਨੋਮਿਕ ਡਿਸਟ੍ਰੈਸ ਆਲਸੋ। ਥੋੜ੍ਹਾ ਜਿਹਾ ਸੁਣਿਆ ਕਿ ਉਹਨਾਂ ਨੂੰ ਹੋਰ ਥੋੜ੍ਹਾ ਜਿਹਾ ਮਤਲਬ ਟੈਨਸ਼ਨ ਵੀ ਹੋ ਗਈ, ਇਹ ਸਾਰੀਆਂ ਚੀਜ਼ਾਂ। ਅਤੇ ਉਹਨਾਂ ਦੇ ਜਿਹੜੇ ਮਾਪਿਓ ਇੱਥੇ ਬੈਠੇ ਨੇ, ਘਰ ਦੇ ਬੈਠੇ ਨੇ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਉਹ ਜਿਹੜੇ ਬੈਠ ਕੇ ਦੇਖਦੇ ਨੇ, ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਤਸੱਲੀ ਦਈਏ ਕਿ ਉਹਨਾਂ ਦੇ ਬੱਚੇ ਠੀਕ ਨੇ ਔਰ ਦੇ ਹੈਵ ਕਮ ਆਊਟ ਆਫ ਦੈਟ ਡਿਸਟ੍ਰੈਸ? ਇਹ ਬਾਰੇ ਕੀ ਕਹਿਣਾ ਚਾਹੋਗੇ? ਦੋ ਚੀਜ਼ਾਂ ਨੇ ਮੈਂ ਦੱਸ ਰਿਹਾ। ਜਦੋਂ ਹੁਣ ਇਹ ਕ੍ਰਾਈਸਿਸ ਆਇਆ ਸੀ, ਬਿਨਾਂ ਸ਼ੱਕ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਸਹੀ ਹੈ ਕਿ ਇਕਨੋਮਿਕ ਕ੍ਰਾਈਸਿਸ ਬਹੁਤ ਵੱਡਾ, ਕਿਉਂਕਿ ਜਦੋਂ ਬਿਜ਼ਨਸ ਬੰਦ ਹੋ ਗਏ, ਫੈਕਟਰੀਆਂ ਬੰਦ ਹੋ ਗਈਆਂ, ਜਦੋਂ ਰੈਸਟੋਰੈਂਟ ਬੰਦ ਹੋ ਗਏ, ਸਾਰਾ ਕੁਝ ਬੰਦ ਹੋ ਗਿਆ, ਤੇ ਜਿੱਥੇ ਜੌਬ ਕਰਨੀ ਹੁੰਦੀ ਜਾ ਕੇ ਉਹ ਥਾਵਾਂ ਬੰਦ ਹੋ ਗਈਆਂ। ਪਰ ਗਵਰਨਮੈਂਟ ਆਫ ਕੈਨੇਡਾ ਨੇ ਜਿਹੜੇ ਬੈਨੀਫਿਟ ਪ੍ਰੋਗਰਾਮ, ਵੈਲਫੇਅਰ ਪ੍ਰੋਗਰਾਮ ਚਲਾਏ ਸੀ, ਉਹਨਾਂ ਦੇ ਵਿੱਚ ਇੱਕ ਪ੍ਰੋਗਰਾਮ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਸਰਬ। ਬੇਸਿਕਲੀ ਉਹਦਾ ਮਤਲਬ ਇਹ ਹੈਗਾ ਕਿ ਕੈਨੇਡੀਅਨ ਐਮਰਜੈਂਸੀ ਰਿਸਪੌਂਸ ਬੈਨੀਫਿਟ। ਸੋ ਹਰ ਉਹ ਬੰਦਾ ਜਿਹਨੇ COVID-19 ਕ੍ਰਾਈਸਿਸ ਕਰਕੇ ਜਿਹੜੀ ਜੌਬ ਗਈ ਹੈ, ਉਹਨਾਂ ਨੂੰ ਕੈਨੇਡਾ ਸਰਕਾਰ ਹਰ ਮਹੀਨੇ $2000 ਦੇ ਰਹੀ ਸੀ। ਤੇ ਉਹ ਅਜੇ ਪਹਿਲਾਂ ਜੁਲਾਈ ਤੱਕ ਸੀਗਾ, ਹੁਣ ਐਕਸਟੈਂਡ ਕਰਕੇ ਉਹ ਅਗਸਤ ਤੱਕ ਕੀਤਾ ਗਿਆ। ਸੋ ਜਿਹੜੇ ਵੀ ਬੱਚੇ, ਭਾਵੇਂ ਉਹ ਸਟੂਡੈਂਟ ਵੀ ਸੀਗੇ, ਭਾਵੇਂ ਉਹ ਕੈਨੇਡੀਅਨ ਸਿਟੀਜ਼ਨ ਵੀ ਸੀਗੇ, ਭਾਵੇਂ ਉਹ ਕੈਨੇਡੀਅਨ ਰੈਜ਼ੀਡੈਂਟ ਵੀ ਨਹੀਂ ਸੀਗੇ, ਸਿਰਫ ਸਟੂਡੈਂਟ ਪਰਮਿਟ ਦੇ ਇੱਥੇ ਸੀਗੇ, ਉਹਨਾਂ ਨੇ ਵੀ ਜੇ ਪਿਛਲੇ ਸਾਲ ਦੇ ਵਿੱਚ ਇੱਥੇ ਕੰਮ ਕਰਕੇ ਟੈਕਸ ਭਰਿਆ, ਜਿਨ੍ਹਾਂ ਨੇ 5000 ਤੱਕ ਦਾ ਵੀ ਟੈਕਸ ਭਰਿਆ ਹੋਇਆ, ਮਤਲਬ ਕਿ ਜੇ ਉਹਨਾਂ ਦੀ ਜਿਹੜੀ ਐਨੂਅਲ ਇਨਕਮ ਹੈ 5000 ਵੀ ਉਹਨਾਂ ਨੇ ਦਿਖਾਈ ਹੋਵੇ ਆਪਣੀ ਰਿਟਰਨ ਦੇ ਵਿੱਚ, ਉਹਨਾਂ ਨੂੰ ਵੀ ਉਹ $2000 ਮਿਲ ਰਹੇ। ਤੇ ਜਿਹੜੇ ਪ੍ਰੋਬਲਮ ਹੋਏਗੀ ਜਿਹੜੇ ਨਵੇਂ ਸਟੂਡੈਂਟ ਨੇ, ਜਿਹੜੇ ਮਿਸਾਲ ਦੇ ਤੌਰ ਤੇ ਜਿਨ੍ਹਾਂ ਨੇ ਹਾਲੇ ਆਪਣੀ ਇੱਕ ਰਿਟਰਨ ਵੀ ਨਾ ਭਰੀ ਹੋਵੇ, ਜਿਹੜੇ ਪਹਿਲੇ ਸਾਲ ਵਾਲੇ ਬੱਚਿਆਂ ਨੂੰ ਵੀ ਕੋਈ ਮੈਂ ਉਹਨਾਂ ਬਾਰੇ ਅਸੀਂ ਕਾਫੀ ਫਿਕਰਮੰਦ ਸੀਗੇ। ਅਸੀਂ ਆਪਣੇ ਤੌਰ ਦੇ ਉੱਤੇ ਪਤਾ ਕਰਦੇ ਰਹੇ ਹਾਂ ਉਹਨਾਂ ਦੀ ਕਿ ਉਹਨਾਂ ਦੀ ਹੈਲਪ ਹੋ ਸਕੇ। ਪਰ ਉਹਨਾਂ ਬਾਰੇ ਇੱਕ ਚੰਗੀ ਗੱਲ ਇਹ ਸੀ ਕਿ ਜਿਹੜਾ ਬੱਚਾ ਅਜੇ ਪਹਿਲੇ ਸਾਲ 'ਚ ਆਇਆ, ਉਹ ਵੈਸੇ ਵੀ 1 ਸਾਲ ਦਾ ਖਰਚਾ ਉਹਦੇ ਕੋਲ ਹੁੰਦਾ, ਕਿਉਂਕਿ ਅਦਰਵਾਈਜ਼ ਉਹਨੂੰ ਐਡਮਿਸ਼ਨ ਨਹੀਂ ਮਿਲਦੀ, ਉਹਨੂੰ 1 ਸਾਲ ਦਾ ਪੈਸੇ ਆਪਣੇ ਕੋਲ ਰੱਖਣੇ ਪੈਂਦੇ ਨੇ ਅਕਾਊਂਟ ਦੇ ਵਿੱਚ। ਸੋ ਉਹਨਾਂ ਦਾ ਵੀ ਮੈਨੇਜ ਹੋ ਰਿਹਾ ਸੀ। ਸੋ ਉਸ ਪੱਖੋਂ ਕੋਈ ਜ਼ਿਆਦਾ ਟੈਨਸ਼ਨ ਨਹੀਂ ਵਾਲੀ ਗੱਲ ਨਹੀਂ ਹੈ ਕਿ ਕਿਸੇ ਨੂੰ ਕੋਈ ਰੋਟੀ ਦੀ ਫਿਕਰ ਹੋ ਗਈ ਹੋਵੇ ਜਾਂ ਕਿਸੇ ਨੂੰ ਕੋਈ ਇਸ ਕਿਸਮ ਦੀਆਂ ਜਿਹੜੀਆਂ ਬੇਸਿਕ ਨੀਡਸ ਹੁੰਦੀਆਂ ਨੇ ਸਰਵਾਈਵਲ ਦੀਆਂ, ਉਹ ਨਾ ਪੂਰੀਆਂ ਹੋਣ। ਬਾਕੀ ਇੱਥੇ ਸਾਡੇ ਬਹੁਤ ਸਾਰੀ ਕਮਿਊਨਿਟੀ ਆਰਗੇਨਾਈਜੇਸ਼ਨ ਨੇ ਜਿਹੜੀਆਂ ਵੰਡ ਰਹੀਆਂ ਨੇ, ਜਿਹੜੀਆਂ ਹੋਰ ਸਮਾਨ ਜਿਹੜਾ ਹੈ ਲੋੜ ਵਾਲਾ ਉਹ ਵੰਡ ਰਹੀਆਂ ਨੇ। ਔਰ ਖਾਸ ਕਰਕੇ ਸਟੂਡੈਂਟਸ ਵਾਸਤੇ ਸਾਡੇ ਇੱਥੇ ਕਈ ਗੁਰਦੁਆਰਿਆਂ ਨੇ ਸਿਰਫ ਸਟੂਡੈਂਟਸ ਵਾਸਤੇ ਲੰਗਰ ਚਲਾ ਕੇ ਰੱਖੇ ਨੇ, ਤਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਏ, ਕਿਉਂਕਿ ਬਾਕੀ ਲੋਕ ਤੇ ਆਪਣਾ ਘਰਾਂ 'ਚ ਰਹਿ ਰਹੇ ਨੇ, ਸਿਰਫ ਇਹਨਾਂ ਯੰਗ ਬੱਚਿਆਂ ਦੀ ਫਿਕਰ ਹੋ ਸਕਦੀ। ਸੋ ਉਹਨਾਂ ਵਾਸਤੇ ਸਪੈਸ਼ਲ ਲੰਗਰ ਵੀ ਲੱਗੇ ਹੋਏ ਨੇ ਤੇ ਚੱਲਦੇ ਰਹੇ ਨੇ, ਤੇ ਜਾਂ ਕਈ ਕਮਿਊਨਿਟੀ ਗਰੁੱਪ ਉਹਨਾਂ ਨੂੰ ਘਰੇ ਜਾ ਕੇ ਡਿਲੀਵਰ ਕਰਦੇ ਰਹੇ। ਸੋ ਇਸ ਕਰਕੇ ਕੋਈ ਫਿਕਰ ਵਾਲੀ ਗੱਲ ਨਹੀਂ ਹੈ ਤੇ ਸਾਰਾ ਸਹੀ ਇੰਤਜ਼ਾਮ ਹੋ ਰਿਹਾ। ਬਾਕੀ ਬੱਚੇ ਮੈਚੁਰ ਨੇ, ਬਹੁਤ ਸਾਰੇ ਗਰੁੱਪ ਨੇ ਜਿਹੜੇ ਹੈਲਪ ਲਈ ਅਵੇਲੇਬਲ ਨੇ, ਤੇ ਜੇ ਕਿਸੇ ਨੂੰ ਕੋਈ ਦਿੱਕਤ ਹੋਵੇ ਤਾਂ ਉਹਨਾਂ ਨਾਲ ਕੰਟੈਕਟ ਕਰ ਲੈਂਦੇ ਨੇ ਉਹ। ਨਹੀਂ, ਮੈਂ ਇੱਕ ਚੀਜ਼ ਪੜ੍ਹ ਰਿਹਾ ਸੀ ਤੁਹਾਡੇ ਉੱਤੇ ਕੈਨੇਡੀਅਨ ਐਮਰਜੈਂਸੀ ਰਿਸਪੌਂਸ ਬੈਨੀਫਿਟ ਪ੍ਰੋਗਰਾਮ ਹੈਗਾ, ਜਿਹੜਾ ਤੁਸੀਂ ਹੁਣ ਕਹਿੰਦੇ ਕਈ ਜਿਹੜੇ ਬੱਚੇ ਗਏ ਨੇ ਉਹ ਇਹਦੇ 'ਚ ਐਲੀਜੀਬਲ ਨਹੀਂ ਹੁੰਦੇ, ਉਹਨਾਂ ਦਾ ਇਨਕਮ ਕ੍ਰਾਈਟੇਰੀਆ ਉਹਦੇ 'ਚ ਨਹੀਂ ਜਾਂਦਾ, ਐਲੀਜੀਬਿਲਿਟੀ ਨਹੀਂ ਜਾਂਦੀ। ਤਾਂ ਈਵਨ ਦੈਨ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਆਪਣੇ ਜਿਹੜੇ ਪੰਜਾਬੀ ਭਾਈਚਾਰਾ, ਇੰਡੀਅਨ ਭਾਈਚਾਰਾ, ਜਿਹੜੇ ਗੁਰੂ ਘਰ ਨੇ ਉੱਥੇ, ਉਹਨਾਂ ਨੇ ਉਹਨਾਂ ਦੀ ਮਦਦ ਕੀਤੀ। ਮੈਂ ਕੁਝ ਤਸਵੀਰਾਂ ਦੇਖ ਰਿਹਾ ਸੀ ਨਿਊਜ਼ਪੇਪਰਸ ਦੇ ਵਿੱਚ, ਵੈਬਸਾਈਟਸ ਦੇ ਉੱਤੇ ਵੀ, ਕਿ ਜਿਹੜੇ ਸਟੂਡੈਂਟਸ ਰਹਿੰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਗਰੋਸਰੀ ਦਾ ਸਮਾਨ ਤੱਕ ਦੇਣ ਵਾਸਤੇ ਜਿਹੜੇ ਆਪਣੇ ਹੈਗੇ ਨੇ NGOs ਹੋਏ ਜਾਂ ਆਪਣੇ ਜਿਹੜੇ ਗੁਰੂ ਘਰ ਨੇ, ਇਹਨਾਂ ਦੀ ਮੈਨੇਜਮੈਂਟਸ ਨੇ ਇੱਦਾਂ ਦੇ ਪ੍ਰਬੰਧ ਕੀਤੇ। ਇਹਦੇ ਬਾਰੇ 'ਚ ਕੁਝ ਦੱਸਣਾ ਚਾਹੋਗੇ? ਹਾਂਜੀ ਹਾਂ, ਮੈਂ ਉਹੀ ਗੱਲ ਕਰ ਰਿਹਾ ਸੀਗਾ ਕਿ ਜਿਹੜੇ ਸਟੂਡੈਂਟ ਮੰਨਿਆ ਕਿ ਉਹਨਾਂ ਨੂੰ ਇਹ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ, ਜਿਹਨੂੰ ਅਸੀਂ ਸਰਬ ਕਹਿੰਦੇ ਹਾਂ ਆਮ ਕਰਕੇ, ਜਿਹੜੇ ਉਹ ਉਹਦੇ ਲਈ ਕੁਆਲੀਫਾਈਡ ਨਹੀਂ ਸੀ ਕਰਦੇ, ਜਾਂ ਜਿਨ੍ਹਾਂ ਨੂੰ ਕੋਈ ਇਸ ਕਿਸਮ ਦੀ ਡੈਸਪਰੇਟ ਸਿਚੁਏਸ਼ਨ ਸੀਗੇ, ਉਹਨਾਂ ਲਈ ਇਸ ਕਿਸਮ ਦੀਆਂ ਕਮਿਊਨਿਟੀ ਆਰਗੇਨਾਈਜੇਸ਼ਨ ਹੈਲਪ ਕਰ ਰਹੀਆਂ, ਚਾਹੇ ਉਹ ਗੁਰਦੁਆਰੇ ਹੋਣ, ਚਾਹੇ ਕੋਈ ਹੋਰ ਨਾਟ ਫॉर ਪ੍ਰੋਫਿਟ ਗਰੁੱਪ ਹੋਣ। ਕਈ ਗਰੁੱਪ ਲੋਕਾਂ ਨੇ ਨਵੇਂ ਬਣਾ ਲਏ ਇਹਨਾਂ ਦਿਨਾਂ ਦੇ ਵਿੱਚ। ਮੈਂ ਇੱਥੇ ਰੇਡੀਓ ਸ਼ੋਅ ਕਰਦਾ, ਮੈਂ ਇੱਥੇ ਕਈ ਵਾਰ ਅਸੀਂ ਅਨਾਊਂਸ ਕੀਤੇ ਇਹੋ ਜਿਹੇ ਗਰੁੱਪ ਜਿਹੜੇ ਸਟੂਡੈਂਟਸ ਦੀ ਹੈਲਪ ਕਰ ਰਹੇ ਸੀ, ਔਰ ਉਹ ਆਪਣਾ ਫੋਨ ਨੰਬਰ ਸਾਨੂੰ ਦਿੰਦੇ ਸੀ ਕਿ ਅਨਾਊਂਸ ਕਰ ਦਿਓ, ਜੇ ਕਿਸੇ ਨੂੰ ਕੋਈ ਹੈਲਪ ਹੋਏ ਤਾਂ ਸਾਨੂੰ ਕਾਲ ਕਰ ਲਓ। ਸੋ ਇਹੋ ਜਿਹੀ ਬਹੁਤ ਹੈਲਪ ਅਵੇਲੇਬਲ ਹੈਗੀ ਆ। ਕੋਈ ਅਸੀਂ ਇਹੋ ਜਿਹੀ ਕਹਾਣੀ ਸੁਣੀ ਨਹੀਂ। ਬਾਕੀ ਜੇ ਕੋਈ ਕ੍ਰਾਈਸਿਸ ਵਾਲੀ ਕਹਾਣੀ ਹੁੰਦੀ ਉਹ ਸਾਹਮਣੇ ਆ ਜਾਂਦੀ ਤੇ ਉਹਦੇ ਲਈ ਹਰ ਤਰ੍ਹਾਂ ਦੀ ਹੈਲਪ ਅਵੇਲੇਬਲ ਹੈ। ਅਸੀਂ ਸਾਰੇ ਲੋਕ ਵੀ ਉਹਦੇ 'ਚ ਕਿਸੇ ਨਾ ਕਿਸੇ ਤਰੀਕੇ ਨਾਲ ਇਨਵੋਲਵ ਰਹੇ ਹਾਂ। ਸੋ ਮੈਨੂੰ ਲੱਗਦਾ ਉਸ ਪੱਖੋਂ ਅਜੇ ਤੱਕ ਕੈਨੇਡਾ ਨੇ ਸਿਸਟਮ ਬਹੁਤ ਬਿਹਤਰ ਤਰੀਕੇ ਨਾਲ ਮੈਨੇਜ ਕੀਤਾ। ਅੱਗੇ ਜਾ ਕੇ ਕ੍ਰਾਈਸਿਸ, ਇਕਨੋਮਿਕ ਕ੍ਰਾਈਸਿਸ ਹੋਰ ਵੱਧ ਜਾਏ, ਕੀ ਪ੍ਰੋਬਲਮਸ ਆਉਣਗੀਆਂ ਮੈਨੂੰ ਨਹੀਂ ਪਤਾ, ਪਰ ਅਜੇ ਤੱਕ ਗਵਰਨਮੈਂਟ ਆਫ ਕੈਨੇਡਾ ਨੇ ਤੇ ਸਾਡੇ ਪੂਰੇ ਸਿਸਟਮ ਨੇ ਇਸ ਕ੍ਰਾਈਸਿਸ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਹੈਂਡਲ ਕੀਤਾ ਤੇ ਕੋਈ ਸਾਨੂੰ ਪ੍ਰੋਬਲਮ ਨਹੀਂ ਆਈ।
ਸ਼ਮੀਲ ਜੀ, ਜਿਸ ਤਰ੍ਹਾਂ ਤੁਸੀਂ ਹੁਣ ਜ਼ਿਕਰ ਕੀਤਾ, ਕੋਈ ਐਸੀ ਡਿਸਟ੍ਰੈਸ ਸਟੋਰੀ ਤੁਹਾਡੇ ਸਾਹਮਣੇ ਨਹੀਂ ਆਈ ਜਾਂ ਕੋਈ ਐਸੀ ਕਹਾਣੀ ਸਾਹਮਣੇ ਨਹੀਂ ਆਈ? ਜਿਸ ਤਰ੍ਹਾਂ ਤੁਸੀਂ ਰੇਡੀਓ ਦਾ ਪ੍ਰੋਗਰਾਮ ਕਰਦੇ ਹੋ ਸਵੇਰੇ, ਤੁਹਾਡਾ ਪ੍ਰੋਗਰਾਮ ਬੜਾ ਮਕਬੂਲ ਹੈ, ਬੜੇ ਲੋਕੀ ਉੱਥੇ ਨੂੰ ਸੁਣਦੇ ਨੇ, ਕਦੀ ਤੁਹਾਨੂੰ ਕਿਸੇ ਨੇ ਰੇਡੀਓ ਪ੍ਰੋਗਰਾਮ ਦੇ ਜ਼ਰੀਏ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੋਈ ਜਾਂ ਕੋਈ ਐਸੀ ਅਸੀਂ ਕਹੀਏ ਕੋਈ ਸਟੋਰੀ ਜਾਂ ਕੋਈ ਐਸਾ ਕਿਸੇ ਦੇ ਬਾਰੇ 'ਚ ਕੋਈ ਐਸੀ ਕੇਸ ਸਟੱਡੀ ਹੋਏ ਜਿਹਨੂੰ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੋ? ਕਿਉਂਕਿ ਇੰਡੀਅਨ ਕਮਿਊਨਿਟੀ ਦਾ ਕੋਈ ਬੱਚਾ ਜਾਂ ਕੋਈ ਪੰਜਾਬੀ ਭਾਈਚਾਰੇ ਦਾ ਕੋਈ ਬੰਦਾ ਇਸ ਤਰ੍ਹਾਂ ਫਸਿਆ ਸੀ ਐਂਡ ਦੇ ਟਰਾਈ ਟੂ ਕੰਟੈਕਟ ਯੂ ਔਨ ਰੇਡੀਓ, ਕੋਈ ਐਸੀ ਚੀਜ਼ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ ਤੁਸੀਂ? ਬਿਲਕੁਲ ਹੈ। ਇੱਕ ਤਬਕਾ ਹੈਗਾ, ਮੈਂ ਦੱਸਦਾ, ਜਿਨ੍ਹਾਂ ਦੀ ਸਿਚੁਏਸ਼ਨ ਥੋੜੀ ਜਿਹੀ ਕੰਪਲਿਕੇਟਡ ਹੈ। ਕੁਝ ਲੋਕ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਰੀਸੈਂਟਲੀ, ਜਿਵੇਂ ਕੋਈ ਜਨਵਰੀ 'ਚ ਇੱਥੇ ਆਇਆ, ਫਰਵਰੀ 'ਚ ਆਇਆ, ਮੈਂ ਜਾਣਦਾ ਕੁਝ ਇਹੋ ਜਿਹੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਨਵਾਂ ਮੂਵ ਕੀਤਾ ਇੱਥੇ, ਚਾਹੇ ਉਹ PR ਸੀਗੇ ਜਾਂ ਕਿਸੇ ਵੀ ਤਰੀਕੇ ਨਾਲ, ਖਾਸ ਕਰਕੇ PR ਵਾਲੇ। ਉਹ ਇੱਥੇ ਆ ਗਏ ਮਾਰਚ ਦੇ ਵਿੱਚ, ਇੱਕ ਆਪਣਾ ਸ਼ੁਰੂ ਹੋ ਗਿਆ ਕਰੋਨਾ ਕ੍ਰਾਈਸਿਸ, ਲਾਕਡਾਊਨ ਸ਼ੁਰੂ ਹੋ ਗਿਆ। ਉਹਨਾਂ ਕੋਲ ਨਾ ਜੌਬ ਤੇ ਉਹਨਾਂ ਨੇ ਕੀ ਲੱਭਣੀ ਸੀ, ਉਹਨਾਂ ਨੂੰ ਤੇ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਟਾਈਮ ਨਹੀਂ ਮਿਲਿਆ। ਸੋ ਆ ਕੇ ਉਹ ਜਿੱਥੇ ਬੈਠੇ ਸੀ ਉੱਥੇ ਹੀ ਸਟਕ ਹੋ ਗਏ। ਸੋ ਪਿਛਲੇ 6 ਮਹੀਨੇ ਤੋਂ ਕੋਈ ਕੰਮ ਦੀ ਆਪਸ਼ਨ ਨਹੀਂ ਹੈ, ਕੋਈ ਕੰਮ ਲੱਭ ਸਕਣ, ਉਹ ਰੁਕੇ ਬੈਠੇ ਨੇ ਇੱਕ ਥਾਂ ਤੇ। ਇਹੋ ਜਿਹੇ ਕੁਝ ਲੋਕ ਨੇ ਜਿਨ੍ਹਾਂ ਦੀ ਵਿਚਾਰਿਆਂ ਦੀ ਕਿਸਮਤ ਇਹ ਕਿ ਉਹ ਆਈ ਮਤਲਬ 2-4 ਮਹੀਨੇ ਪਹਿਲਾਂ ਆਏ, ਕਿਉਂਕਿ ਆਮ ਕਰਕੇ ਜਦੋਂ ਕੋਈ ਇੱਥੇ ਨਵਾਂ ਆਉਂਦਾ ਤਾਂ ਉਹਨੂੰ ਸੈਟਲ ਹੁੰਦਿਆਂ, ਥੋੜਾ ਬਹੁਤ ਲਾਇਸੈਂਸ ਵਗੈਰਾ ਬਣਾਉਂਦਿਆਂ, ਸਾਰਾ ਕੁਝ ਕਰਦਿਆਂ ਉਹਨੂੰ ਥੋੜਾ ਜਿਹਾ ਉਹਦੀ ਤੁਰਨ ਫਿਰਨ ਜੋਗਾ ਹੋਏ, ਕੰਮ ਕਰਨ ਜੋਗਾ ਹੋਏ, ਤੇ 6 ਮਹੀਨੇ ਲੱਗ ਹੀ ਜਾਂਦੇ ਨੇ ਹਰ ਬੰਦੇ ਨੂੰ। ਸੋ ਜਿਹੜੇ 6 ਮਹੀਨੇ ਪਹਿਲਾਂ ਆਏ ਉਹ ਵਿਚਾਲੇ ਫਸ ਗਏ। ਇਹੋ ਜਿਹਾ ਸੈਕਸ਼ਨ ਹੈਗਾ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ, ਤੇ ਉਹ ਵੈਸੇ ਤੇ ਆਮ ਕਰਕੇ ਅੱਜ ਕੱਲ੍ਹ ਜੋ ਵੀ ਪਰਿਵਾਰ ਆਪਣੇ ਆ ਰਹੇ ਨੇ, ਇੰਤਜ਼ਾਮ ਕਰਕੇ ਆਉਂਦੇ ਨੇ, 6-8 ਮਹੀਨੇ ਦਾ ਉਹਨਾਂ ਕੋਲ ਹੁੰਦਾ ਹੈ ਪ੍ਰਬੰਧ। ਤੇ ਜਿਹੜੇ ਬੱਚੇ ਵੀ ਨਵੇਂ ਆਏ ਨੇ ਉਹਨਾਂ ਕੋਲ ਵੀ ਸਾਲ ਕੁ ਦਾ ਪ੍ਰਬੰਧ ਹੁੰਦਾ। ਪਰ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਕੁਝ ਲੋਕ ਫਸੇ ਨੇ, ਪਰ ਕੋਈ ਇੰਨੇ ਬੇਬਸ ਹੋ ਗਏ ਹੋਣ ਕਿ ਉਹਨਾਂ ਨੂੰ ਕੋਈ ਰੋਟੀ ਤੋਂ ਲਾਚਾਰ ਹੋਣ, ਐਸੀ ਕੋਈ ਸਿਚੁਏਸ਼ਨ ਨਹੀਂ ਹੈ। ਕਿਉਂਕਿ ਇੱਕ ਤੇ 6-8 ਮਹੀਨੇ ਦਾ ਆਪਣੇ ਕੋਲ ਹੁੰਦਾ, ਦੂਸਰਾ ਜੇ ਕਿਸੇ ਨੂੰ ਇੰਨੀ ਲੋੜ ਹੋਵੇ ਤਾਂ ਉਸ ਤਰ੍ਹਾਂ ਦੀ ਹੈਲਪ ਇੱਥੇ ਅਵੇਲੇਬਲ ਹੈਗੀ। ਅੱਛਾ ਸ਼ਮੀਲ ਜੀ, ਅਸੀਂ ਇਹ ਦੇਖਦੇ ਹਾਂ ਕਿ ਪੰਜਾਬ ਤੋਂ ਆਪਣੇ ਕਈ ਬੱਚੇ ਜਿਹੜੇ ਨੇ, ਮਾਪਿਓ ਹੁੰਦੇ ਨੇ, ਬੱਚਿਆਂ ਨੂੰ ਕੈਨੇਡਾ ਪੜ੍ਹਨ ਭੇਜਦੇ ਨੇ, ਕਈ US ਜਾਂਦੇ ਨੇ, ਕਈ ਹੋਰ ਇੰਗਲੈਂਡ ਦੀ ਯੂਨੀਵਰਸਿਟੀਜ਼ 'ਚ ਵੀ ਜਾਂਦੇ ਨੇ। ਹੁਣ ਜਿਸ ਤਰ੍ਹਾਂ ਕੋਵਿਡ ਦਾ ਇਹ ਕ੍ਰਾਈਸਿਸ ਚੱਲ ਰਿਹਾ ਐਟ ਪ੍ਰੈਜ਼ੈਂਟ, ਹੁਣ ਜਿਹੜਾ ਇਹ ਵਾਲਾ ਲੋਟ ਸੀਗਾ, ਅਸੀਂ ਕਹੀਏ ਅਕੈਡਮਿਕ ਈਅਰ 2020-21 ਦੇ ਜਿਹੜੇ ਹੁਣ ਇਸ ਸਾਲ ਐਡਮਿਸ਼ਨਸ ਹੋਣੇ ਸੀਗੇ, ਉਹ ਸਾਰੇ ਰੁਕੇ ਪਏ ਆ। ਅਸੀਂ ਕੱਲ੍ਹ ਇੱਕ ਪੰਜਾਬ ਤੋਂ ਸਟੋਰੀ ਦੇਖੀ, ਆਈਲੈਟ ਸੈਂਟਰ ਜਿਹੜੇ ਹੈਗੇ ਨੇ, ਜਿਹੜੇ ਬੱਚਿਆਂ ਨੂੰ ਤਿਆਰ ਕਰਦੇ ਬਾਹਰ ਜਾਣ ਵਾਸਤੇ, ਆਈਲੈਟ ਸੈਂਟਰ ਸਾਰੇ ਬੰਦ ਪਏ ਹੋਏ ਨੇ, ਤੇ ਦਿਸ ਇੰਡਸਟਰੀ ਹੈਜ਼ ਸਫਰਡ ਵੈਰੀ ਬੈਡਲੀ। ਤੇ ਹੁਣ ਤੁਸੀਂ ਇਹ ਦੱਸੋ, ਜਿਹੜੇ ਬੱਚਿਆਂ ਨੂੰ ਹੁਣ ਮਾਂ ਪਿਓ ਦੇ ਦਿਮਾਗ 'ਚ ਹੋਏ ਕਿ ਅਸੀਂ ਆਪਣੇ ਬੱਚੇ ਨੂੰ ਭੇਜਣਾ ਹੈ ਕੈਨੇਡਾ ਪੜ੍ਹਨ ਵਾਸਤੇ, ਉਹਨਾਂ ਦੇ ਲਈ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਟੋਰੰਟੋ ਤੋਂ? ਬਿਲਕੁਲ, ਇਹ ਜ਼ਿਆਦਾ ਇੰਪੋਰਟੈਂਟ ਚੀਜ਼ ਹੈ। ਇਹ ਜ਼ਿਆਦਾ ਇੰਪੋਰਟੈਂਟ ਇਸ ਕਰਕੇ ਹੈ ਕਿ ਇਕੋਨਮੀ ਇਸ ਵੇਲੇ ਇੱਥੇ ਰੁਕੀ ਹੋਈ ਹੈ। ਤੇ ਅਜੇ ਸਾਨੂੰ ਇਹ ਨਹੀਂ ਪਤਾ ਕਿ ਇਕੋਨਮੀ ਦੁਬਾਰਾ ਕਿਵੇਂ, ਕਦੋਂ ਲੀਹ ਤੇ ਆਏਗੀ। ਅਜੇ ਤੇ ਸਾਨੂੰ ਡਰ ਇਹ ਹੈ ਕਿ ਕੋਈ ਸੈਕੰਡ ਵੇਵ ਨਾ ਆ ਜੇ ਸੈਪਟੈਂਬਰ ਦੇ ਵਿੱਚ। ਇਸ ਕਰਕੇ ਹੁਣ ਇੱਥੇ ਜ਼ਿਆਦਾ ਪ੍ਰੋਬਲਮ ਇਹ ਹੈ, ਪੜ੍ਹਨ ਦੀ ਪ੍ਰੋਬਲਮ ਨਹੀਂ। ਵੈਸੇ ਤਾਂ ਦੇਖੋ ਇੱਥੋਂ ਦੀਆਂ ਯੂਨੀਵਰਸਿਟੀ ਦੇ ਕਾਲਜਿਸ ਨੇ ਜਿਹੜੀਆਂ ਐਡਮਿਸ਼ਨ ਇਸ ਸਾਲ ਵੀ ਕੀਤੀਆਂ ਨੇ, ਉਹਨਾਂ ਨੂੰ ਉਹ ਆਨਲਾਈਨ ਪੜ੍ਹਾਈ ਕਰਵਾ ਰਹੇ ਨੇ ਤਾਂ ਕਿ ਉਹ ਇੰਡੀਆ ਆਪਣੇ ਘਰ ਬੈਠੇ ਹੀ ਉਹ ਆਪਣਾ ਕੋਰਸ ਕਰਦੇ ਰਹਿਣ, ਤੇ ਜਦੋਂ ਇੱਥੇ ਹਾਲਾਤ ਠੀਕ ਹੋਣਗੇ ਇੱਥੇ ਆ ਕੇ ਆਪਣਾ ਉਹ ਕੰਮਕਾਰ ਸ਼ੁਰੂ ਕਰ ਸਕਦੇ ਨੇ। ਪਰ ਪ੍ਰੋਬਲਮ ਇਹ ਹੈ ਕਿ ਆਪਣਾ ਜਿਹੜਾ ਪੰਜਾਬ ਚੋਂ ਸਟੂਡੈਂਟ ਇੱਥੇ ਆ ਰਿਹਾ ਨਾ, ਰਿਐਲਿਟੀ ਇਹ ਹੈ ਕਿ ਭਾਵੇਂ ਕਹਿਣ ਨੂੰ ਟੈਕਨੀਕਲੀ ਉਹ ਪੜ੍ਹਨ ਲਈ ਆ ਰਿਹਾ, ਪਰ ਬੇਸਿਕਲੀ ਜਿਹੜਾ ਸਟੂਡੈਂਟ ਵੀਜ਼ਾ ਹੈ ਉਹਦੇ ਲਈ ਕੈਨੇਡਾ 'ਚ ਪਹੁੰਚਣ ਦਾ ਤੇ ਇੱਥੇ ਆ ਕੇ ਕੰਮ ਕਰਨ ਦਾ ਇੱਕ ਜ਼ਰੀਆ। ਸੋ ਜੇ ਉਹ ਪਲੈਨਿੰਗ ਹੀ ਇਸ ਤਰ੍ਹਾਂ ਕਰਕੇ ਆਉਂਦੇ ਨੇ ਕਿ ਜਦੋਂ ਅਸੀਂ ਇੱਕ ਵਾਰ ਕੈਨੇਡਾ ਪਹੁੰਚ ਗਏ ਤੇ ਅਸੀਂ ਨਾਲੋਂ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਾ, ਨਾਲੋਂ ਨਾਲ ਕੰਮ ਕਰਕੇ ਅਸੀਂ ਆਪਣੀ ਫੀਸ ਵੀ ਦੇਣੀ ਹੈ ਤੇ ਆਪਣੇ ਘਰਦਿਆਂ ਨੂੰ ਪਿੱਛੇ ਵੀ ਦੇਣਾ ਹੈ। ਬਹੁਤ ਸਾਰਿਆਂ ਦੀ ਤੇ ਇਹੋ ਜਿਹੀ ਸਿਚੁਏਸ਼ਨ ਹੁੰਦੀ ਹੈ। ਸੋ ਜੇ ਤੁਸੀਂ ਇਸ ਤਰ੍ਹਾਂ ਦੀ ਪਲੈਨਿੰਗ ਕਰ ਰਹੇ ਹੋ, ਜਿਹੜੀ ਕਿ ਟੈਕਨੀਕਲੀ ਤੇ ਪੜ੍ਹਨ ਲਈ ਆ ਰਹੇ ਨੇ, ਉਹ ਪੜ੍ਹਨ ਲਈ ਕੈਨੇਡਾ 'ਚ ਉਹਨੂੰ ਹੀ ਆਉਣਾ ਚਾਹੀਦਾ ਜਿਹਦੇ ਕੋਲ ਇਨਫ ਪੈਸਾ ਹੋਏ ਕਿ ਉਹ ਪੜ੍ਹ ਸਕੇ। ਪਰ ਹਾਲਤ ਰਿਐਲਿਟੀ ਇਹ ਹੈ ਕਿ ਏਜੰਟਾਂ ਨੇ ਇਸ ਤਰ੍ਹਾਂ ਦਾ ਮਾਹੌਲ ਬਣਾਤਾ ਕਿ ਪੜ੍ਹਨਾ ਤਾਂ ਸਿਰਫ ਨਾ ਹੈ, ਅਸਲ ਗੱਲ ਤਾਂ ਹੈ ਕਿ ਤੁਸੀਂ ਕੈਨੇਡਾ ਪਹੁੰਚਣਾ। ਸੋ ਇਸ ਕਰਕੇ ਮੇਰੀ ਸਲਾਹ ਸਾਰੇ ਪੈਰੈਂਟਸ ਨੂੰ ਹੁਣ ਇਹ ਹੈ ਕਿ ਤੁਸੀਂ ਇਹਨਾਂ ਫਿਲਹਾਲ ਤੁਸੀਂ ਰੁਕ ਜਾਓ, ਜਿੱਥੇ ਤੁਸੀਂ ਬੈਠੇ ਹੋ ਉੱਥੇ ਬੈਠੇ ਰਹੋ। ਮੇਰੇ ਕੋਈ ਪਰਸਨਲ ਦੋਸਤ ਵੀ ਨੇ, ਉਹਨਾਂ ਨੂੰ ਵੀ ਮੈਂ ਸਲਾਹ ਇਹੀ ਦਿੰਦਾ ਰਿਹਾ ਕਿ ਜਿਹੜੇ ਹੁਣ ਸੰਕਟ ਵਾਲਾ ਸਮਾਂ ਨਾ, ਜਿਵੇਂ ਕਹਿੰਦੇ ਜਦੋਂ ਤੂਫਾਨ ਆਇਆ ਹੋਏ ਤੇ ਤੁਸੀਂ ਜਿੱਥੇ ਬੈਠੇ ਹੋ ਉੱਥੇ ਹੀ ਬੈਠ ਜਾਓ, ਹਿੱਲੋ ਨਾ, ਕਿਉਂਕਿ ਫਿਰ ਰਿਸਕ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਨਹੀਂ ਆਉਣਾ ਚਾਹੀਦਾ, ਕਿਉਂਕਿ ਇਕਨੋਮਿਕ ਅਨਸਰਟਨਟੀ ਹੈ, ਬਹੁਤ ਸਾਰੀਆਂ ਚੀਜ਼ਾਂ ਇਸ ਵੇਲੇ ਸਿਚੁਏਸ਼ਨ ਬੜੀ ਜਿਹੜੀ ਹੈ ਇਹੋ ਜਿਹੀ ਹੈ ਕਿ ਸਾਨੂੰ ਪਤਾ ਨਹੀਂ ਕਿ ਅਜੇ ਕਿੱਧਰ ਨੂੰ ਜਾਣਾ। ਸੋ ਜਿਹੜੇ ਤੇ ਇੱਥੇ ਆ ਗਏ ਹੋਏ ਨੇ ਉਹਨਾਂ ਨੇ ਤਾਂ ਆਪਣਾ ਕੋਈ ਨਾ ਕੋਈ ਅਰੇਂਜਮੈਂਟ ਕਰ ਲਿਆ, ਪਰ ਨਵੇਂ ਆਏ ਲਈ ਬੜੀ ਪ੍ਰੋਬਲਮ ਹੋ ਸਕਦੀ ਹੈ। ਇਸ ਕਰਕੇ ਅਸੀਂ ਇਹੀ ਕਹਿ ਰਹੇ ਹਾਂ ਕਿ ਹਾਲ ਦੀ ਘੜੀ ਨਾ ਆਓ, ਘੱਟੋ ਘੱਟ ਇਸ ਸਾਲ ਬਿਲਕੁਲ ਨਾ ਆਓ। ਇਹ ਜਿਹੜੀ ਵਿੰਟਰ ਹੈ, ਸਰਦੀਆਂ 'ਚ ਦੇਖਾਂਗੇ, ਜੇ ਸੈਕੰਡ ਵੇਵ ਨਾ ਆਈ ਤਾਂ ਹੋ ਸਕਦਾ ਅਗਲੀਆਂ ਗਰਮੀਆਂ ਤੱਕ ਇਕੋਨਮੀ ਦੁਬਾਰਾ ਲੀਹ ਤੇ ਆਉਣੀ ਸ਼ੁਰੂ ਹੋ ਜਾਏ। ਇਸ ਕਰਕੇ ਅਗਲੀਆਂ ਗਰਮੀਆਂ ਤੱਕ ਕਿਸੇ ਨੂੰ ਇੱਥੇ ਨਹੀਂ ਆਉਣਾ ਚਾਹੀਦਾ। ਮੈਂ ਤਾਂ ਸਟਰੋਂਗਲੀ ਇਹ ਰਿਕਮੈਂਡ ਕਰਦਾ।
ਠੀਕ ਹੈ ਸ਼ਮੀਲ ਜੀ, ਹੁਣ ਪ੍ਰੋਗਰਾਮ ਦੇ ਇਸ ਦੂਜੇ ਹਿੱਸੇ ਦੇ ਵਿੱਚ ਹੁਣ ਅਸੀਂ ਗੱਲ ਕਰਦੇ ਹਾਂ ਤੁਹਾਡੀ ਪਰਸਨੈਲਿਟੀ ਬਾਰੇ, ਜੋ ਤੁਹਾਡੇ ਆਪਣਾ ਇੱਕ ਗੁਣ ਹੈਗਾ ਤੁਹਾਡੇ ਵਿੱਚ, ਉਹ ਅਸੀਂ ਮੈਂ ਆਪਣੇ ਚਾਹੁੰਦਾ ਆਪਣੇ ਦਰਸ਼ਕਾਂ ਦੇ ਨਾਲ ਉਹਦੀ ਚੀਜ਼ ਦੀ ਅਸੀਂ ਰੂਬਰੂ ਕਰਾਈਏ। ਸ਼ਮੀਲ ਜੀ ਜਿਹੜੇ ਉਹਨਾਂ ਦਾ ਇੱਕ ਵਿਅਕਤੀਤਵ ਹੈ, ਇੱਕ ਪਰਸਨੈਲਿਟੀ ਹੈ, ਅਸੀਂ ਕਹੀਏ ਕਿ ਬੜੇ ਅਦਬ ਬੜੇ ਇਹਤਰਾਮ ਦੇ ਨਾਲ ਤੁਸੀਂ ਇੱਕ ਸਾਹਿਤ ਦੀ ਦੁਨੀਆ ਦੇ ਨਾਲ ਜੁੜੇ ਹੋ, ਲਿਟਰੇਚਰ ਦੇ ਨਾਲ ਜੁੜੇ ਹੋ। ਇਹ ਤੁਸੀਂ ਸਾਨੂੰ ਦੱਸਣਾ ਚਾਹੋਗੇ, ਰੋਪੜ ਤੋਂ ਇਹ ਸਫ਼ਰ ਸ਼ੁਰੂ ਹੋਇਆ, ਟੋਰੰਟੋ ਅੱਜ ਤੁਸੀਂ ਪਹੁੰਚੇ ਹੋ, ਬਰੀਫਲੀ ਸਾਨੂੰ ਆਪਣੀ ਇਸ ਜਰਨੀ ਬਾਰੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੋ। ਦੇਖੋ, ਮੇਰੀ ਜਰਨੀ ਦੋਵੇਂ ਨਾਲ ਨਾਲ ਚੱਲਦੀਆਂ ਰਹੀਆਂ ਨੇ, ਰਾਈਟਿੰਗ ਤੇ ਮੇਰਾ ਪ੍ਰੋਫੈਸ਼ਨ ਮੇਰਾ ਹਮੇਸ਼ਾ ਹੀ ਜਰਨਲਿਜ਼ਮ ਰਿਹਾ। ਮੈਂ ਅਰਲੀ 90s ਤੋਂ ਹੀ ਸ਼ੁਰੂ ਕੀਤਾ। ਪਟਿਆਲੇ ਮੈਂ ਆਪਣੀ ਜਿਹੜੀ ਜਰਨਲਿਜ਼ਮ ਦੀ ਸਟੱਡੀ ਕੀਤੀ ਸੀ, ਉਸ ਤੋਂ ਬਾਅਦ ਫਿਰ ਮੈਂ ਬਹੁਤਾ ਸਮਾਂ ਚੰਡੀਗੜ੍ਹ ਰਿਹਾ। ਜਦੋਂ ਪੰਜਾਬ ਦੇ ਵਿੱਚ ਮੈਂ ਜ਼ਿਆਦਾਤਰ ਪ੍ਰਿੰਟ ਮੀਡੀਆ 'ਚ ਕੰਮ ਕੀਤਾ, ਤੇ ਕੈਨੇਡਾ 'ਚ ਮੈਂ ਆ ਗਿਆ ਸੀ 2007 'ਚ। ਤੇ ਇੱਥੇ ਮੈਂ ਬਹੁਤਾ ਟਾਈਮ ਟੈਲੀਵਿਜ਼ਨ ਕੀਤਾ ਹੈ, ਤੇ ਆਪਣਾ ਇੱਥੋਂ ਦਾ ਇੱਕ ਟੈਲੀਵਿਜ਼ਨ ਨੈਟਵਰਕ ਹੈ ਓਮਨੀ, ਉਹਦੇ ਨਾਲ ਮੈਂ ਕਈ ਸਾਲ ਲਾਏ ਨੇ। ਤੇ ਹੁਣ ਮੈਂ ਰੈਡ FM ਇੱਥੋਂ ਦਾ ਨੈਸ਼ਨਲ ਨੈਟਵਰਕ ਹੈ ਰੇਡੀਓ, ਸਾਡੇ 3 ਰੇਡੀਓ ਸਟੇਸ਼ਨ ਨੇ ਇਸ ਕੰਪਨੀ ਦੇ, ਤੇ ਇਹਦੇ ਮੈਂ ਟੋਰਾਂਟੋ ਸਟੇਸ਼ਨ ਤੇ ਮਾਰਨਿੰਗ ਸ਼ੋਅ ਹੋਸਟ ਕਰਦਾ। ਤੇ ਇਹਦਾ ਮੇਰੀ ਹੈਗੀ ਹੈ ਮੀਡੀਆ ਦੀ ਜਰਨੀ। ਮੈਨੂੰ ਹੁਣ ਤਕਰੀਬਨ 20-25 ਸਾਲ ਹੋ ਗਏ, ਤੇ ਇਸੇ ਪ੍ਰੋਫੈਸ਼ਨ 'ਚ ਮੈਂ ਹੋਰ ਕੋਈ ਕੰਮ ਲਾਈਫ 'ਚ ਕਦੇ ਕੀਤਾ ਨਹੀਂ। ਈਵਨ ਕੈਨੇਡਾ ਆਉਣ ਤੋਂ ਬਾਅਦ ਵੀ ਨਹੀਂ ਕੀਤਾ। ਆਮ ਕਰਕੇ 99% ਲੋਕਾਂ ਨੂੰ ਕੁਛ ਨਾ ਕੁਛ ਕੰਮ ਇੱਥੇ ਹੋਰ ਕਰਨਾ ਪੈਂਦਾ ਜਦੋਂ ਉਹ ਨਵੇਂ ਆਉਂਦੇ। ਤੇ ਬਸ ਜਿਹੜਾ ਰਾਈਟਿੰਗ ਵਾਲਾ ਉਹ ਵੀ ਨਾਲੋਂ ਨਾਲ ਚੱਲਦਾ ਰਿਹਾ, ਤੇ ਉਹਦੇ 'ਚ ਮੇਰੀਆਂ 3-4 ਕਿਤਾਬਾਂ ਹੁਣ ਉਹ ਛਪੀਆਂ ਹੋਈਆਂ ਨੇ ਪੋਇਟਰੀ ਦੀਆਂ। ਤੇ ਮੈਂ ਥੋੜਾ ਜਿਹਾ ਕੰਪੈਰੇਟਿਵਲੀ ਘੱਟ ਲਿਖਦਾ, ਆਪਣੀ ਜ਼ਿਆਦਾ ਜਿਹੜੀ ਰੁਝੇਵਾਂ ਜਰਨਲਿਜ਼ਮ 'ਚ ਰਿਹਾ। ਪੱਤਰਕਾਰਤਾ ਇਹੋ ਜਿਹਾ ਪ੍ਰੋਫੈਸ਼ਨ ਹੈ, ਲੇਖਕਾਂ 'ਚ ਕਿਹਾ ਜਾਂਦਾ ਕਿ ਜਿਹੜਾ ਪੱਤਰਕਾਰਤਾ ਲੇਖਕ ਨੂੰ ਖਾ ਜਾਂਦੀ ਹੈ। ਤੇ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਮੈਨੂੰ ਖਾ ਲਿਆ, ਪਰ ਮੇਰਾ ਇਹਨੇ ਕੰਮ ਰਾਈਟਿੰਗ ਵਾਲਾ ਘਟਾਇਆ ਜ਼ਰੂਰ ਹੈ। ਅੱਛਾ, ਉਹਦੇ ਵਾਸਤੇ ਹੁਣ ਤੁਹਾਨੂੰ ਟਾਈਮ ਘੱਟ ਮਿਲਦਾ ਹੋਣਾ ਲਿਖਣ ਵਾਸਤੇ, ਕੋਈ ਨਵੀਂ ਰਚਨਾ ਕਰਨ ਵਾਸਤੇ? ਸਿਖਾ ਦਿੰਦਾ ਨਾ, ਕਿਉਂਕਿ ਤੁਹਾਨੂੰ ਪਤਾ ਹੀ ਹੈ, ਤੁਸੀਂ ਵੀ ਇਸ ਕੰਮ 'ਚੋਂ, ਕਿ ਜਦੋਂ ਤੱਕ ਤੁਸੀਂ ਘਰ ਜਾਂਦੇ ਹੋ ਉਦੋਂ ਤੱਕ ਫਿਰ ਤੁਹਾਡੇ ਕੋਲ ਕੁਝ ਬਚਦਾ ਨਹੀਂ। ਸ਼ਮੀਲ ਜੀ, ਜਿਹੜੀ ਤੁਸੀਂ ਸਭ ਤੋਂ ਪਹਿਲੀ ਰਚਨਾ ਲਿਖੀ, ਜਿਹੜੀ ਸਭ ਤੋਂ ਪਹਿਲੀ ਕਵਿਤਾ ਲਿਖੀ, ਉਸ ਬਾਰੇ ਕੀ ਦੱਸਣਾ ਚਾਹੋਗੇ ਸਾਨੂੰ? ਦੇਖੋ, ਲਿਖਦਾ ਤੇ ਮੈਂ ਅਸਲ ਵਿੱਚ ਬਹੁਤ ਪੱਤਰਕਾਰਤਾ ਤੇ ਬਹੁਤ ਬਾਅਦ 'ਚ ਆਈ ਹੈ। ਜਦੋਂ ਮੈਂ ਸਕੂਲ ਸੀ ਉਦੋਂ ਥੋੜਾ ਲਿਖਣਾ ਸ਼ੁਰੂ ਕਰ ਦਿੱਤਾ ਸੀਗਾ। ਤੇ ਕਿਤਾਬ ਵੀ ਮੈਂ ਕਾਫੀ ਅਰਲੀ 'ਚ ਪਾ ਲਈ ਸੀ ਕਾਲਜ ਦੇ ਵਿੱਚ, ਜੇ ਮੈਂ ਪੜ੍ਹਦਾ ਸੀਗਾ ਜਦੋਂ ਮੇਰੀ ਪਹਿਲੀ ਕਿਤਾਬ ਛਪਦੀ ਸੀ। ਸੋ ਉਹ ਜਦੋਂ ਤੁਸੀਂ ਲਿਖਣਾ ਸ਼ੁਰੂ ਕਰਦੇ ਹੋ, ਉਹ ਬਚਪਨ ਦੀਆਂ ਗੱਲਾਂ ਨੇ। ਹੁਣ ਮੈਨੂੰ ਯਾਦ ਤਾਂ ਨਹੀਂ ਉਹ ਕੁਛ ਕੀ ਸੀ। ਕਿਤਾਬ ਮੇਰੀ ਛਪੀ ਹੋਈ ਹੈ 89 ਛਪੀ ਸੀ ਪਹਿਲੀ ਕਿਤਾਬ, ਪਰ ਮੇਰੇ ਕੋਲ ਹੁਣ ਹੈ ਨਹੀਂ, ਮੈਂ ਉਹਦੇ 'ਚ ਤੁਹਾਨੂੰ ਕੁਝ ਸੁਣਾ ਨਹੀਂ ਸਕਦਾ। ਤੇ ਮੇਰੇ ਕੋਲ ਮੇਰੀ ਨਵੀਂ ਕਿਤਾਬ ਹੈਗੀ ਹੈ ਜਿਹੜੀ ਪਿਛਲੇ ਸਾਲ ਛਪੀ ਸੀਗੀ। ਤੇ ਪਰ ਜਿਹੜਾ ਲਿਖਣ ਦਾ ਇਹ ਹੁੰਦਾ ਕਿ ਜਦੋਂ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਸਾਡੀ ਜਨਰੇਸ਼ਨ ਆ, ਅਸੀਂ 80s ਦੇ ਵਿੱਚ ਵੱਡੇ ਹੋਏ ਹਾਂ। 80s ਦੇ ਵਿੱਚ ਪੰਜਾਬ ਕਿਹੋ ਜਿਹਾ ਸੀ ਤੁਹਾਨੂੰ ਪਤਾ ਹੀ ਆ। ਤੇ ਉਸ ਦੌਰ ਦੇ ਵਿੱਚ ਫਿਰ ਜਿਹੜਾ ਹਰ ਕਿਸੇ ਦੀਆਂ ਜਿਹੜੀਆਂ ਪ੍ਰਾਇਓਰਿਟੀਜ਼ ਨੇ ਉਸ ਤਰ੍ਹਾਂ ਦੀਆਂ ਸੀ। ਸੋ ਪੋਲੀਟੀਕਲ ਨੇਚਰ ਦਾ ਹੀ ਉਦੋਂ ਵੀ ਲਿਖੀਦਾ ਸੀ, ਉਸੇ ਤਰ੍ਹਾਂ ਦਾ ਸੋਚੀਦਾ ਸੀਗਾ। ਤੇ ਜਿਹੜੀ ਉਹ ਲਿਟਰੇਰੀ ਸਫ਼ਰ ਵੀ ਹੈ ਉਹ ਵੀ ਫਿਰ ਕਿਉਂਕਿ ਸਾਡਾ ਪੂਰੇ ਦਾ ਪੂਰਾ ਟਾਈਮ ਤੁਸੀਂ ਲਾ ਲਓ 80s ਤੋਂ ਲੈ ਕੇ, ਮੈਂ ਆਪਣੀ ਯੂਨੀਵਰਸਿਟੀ ਪੜ੍ਹਾਈ ਜਿਹੜੀ ਅਰਲੀ 90 ਤੱਕ ਖਤਮ ਕੀਤੀ ਹੈ। ਸਾਰੇ ਦਾ ਸਾਰਾ ਟਾਈਮ ਉਹ ਉਸ ਦੌਰ 'ਚ ਲੰਘ ਗਿਆ ਜਦੋਂ ਸ਼ਾਮ ਨੂੰ ਪੰਜਾਬ 'ਚ ਸਾਰਾ ਕੁਛ ਬੰਦ ਹੋ ਜਾਂਦਾ ਸੀ। ਜਦੋਂ ਜਿਹੜਾ ਹੈ ਹਮੇਸ਼ਾ ਹੀ ਖਬਰਾਂ ਰੋਜ਼ ਤੁਸੀਂ ਗੋਲੀਆਂ ਚੱਲਣ ਦੀਆਂ ਸੁਣਦੇ ਸੀ, ਜਦੋਂ ਬੰਦੇ ਮਰਨ ਦੀਆਂ ਖਬਰਾਂ ਪੜ੍ਹਦੇ ਸੀ। ਇਸ ਕਿਸਮ ਦਾ ਉਹ ਹੁਣ ਤੇ ਸਾਨੂੰ ਮਤਲਬ ਮਹਿਸੂਸ, ਅਸੀਂ ਉਹਦੇ ਨਾਲ ਆਰਾਮ ਨਾਲ ਗੱਲ ਕਰ ਸਕਦੇ ਹਾਂ। ਪਰ ਉਹ ਜਿਹੜਾ ਦੌਰ ਇਹੋ ਜਿਹਾ ਸੀਗਾ, ਬੜਾ ਭਿਅੰਕਰ ਦੌਰ ਸੀ। ਉਹਨੂੰ ਜਦੋਂ ਤੁਸੀਂ ਉਹ 'ਚੋਂ ਨਿਕਲ ਕੇ ਸੋਚਦੇ ਹੋ, ਦੈਨ ਤੁਸੀਂ ਰਿਅਲਾਈਜ਼ ਕਰਦੇ ਹੋ ਕਿ ਤੁਸੀਂ ਆਪਣੇ ਲਾਈਫ ਦੇ ਕਿੰਨੇ ਜਿਹੜਾ ਤੁਹਾਡਾ ਉਹ ਜਵਾਨੀ ਦਾ ਸਮਾਂ ਹੈ, ਤੁਸੀਂ ਉਸੇ ਦੌਰ 'ਚ ਲੰਘਾਤਾ। ਤੇ ਤੁਸੀਂ ਮੈਂ ਦੇਖਿਆ ਤੁਸੀਂ ਬੜੇ ਮੁਤਾਸਰ ਸੀਗੇ ਸੁਰਜੀਤ ਪਾਤਰ, ਜਿਹੜੇ ਪਾਸ਼, ਇਹਨਾਂ ਦੇ ਨਾਲ। ਇਹਨਾਂ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ? ਇਹਨਾਂ ਦਾ ਤੁਹਾਡੇ ਪਾਸ਼ ਦਾ ਅਸੀਂ ਜ਼ਿਕਰ ਕਰੀਏ ਜਾਂ ਹੋਰ ਜਿਹੜੇ ਪੁਰਾਣੇ ਸੀਗੇ, ਉਹਨਾਂ ਦਾ ਤੁਹਾਡੇ ਲੇਖਣੀ ਤੇ ਤੁਹਾਡੇ ਮਤਲਬ ਜੀਵਨ ਤੇ ਕਿੰਨਾ ਕੁ ਅਸਰ ਪਿਆ? ਦੇਖੋ, ਆਪਣਾ ਨਵੀਨ ਜੀ, ਜਿਹੜਾ ਜਦੋਂ ਕੋਈ ਮੈਂ ਆਪਣੇ ਬਾਰੇ ਗੱਲ ਕਹਿ ਸਕਦਾ, ਹਰ ਜਨਰੇਸ਼ਨ 'ਚ ਆਪੋ ਆਪਣੀਆਂ ਪ੍ਰਾਇਓਰਿਟੀਜ਼ ਹੁੰਦੀਆਂ ਨੇ। ਜਿਵੇਂ ਮੈਂ ਦੱਸਿਆ ਸੀਗਾ ਕਿ ਉਸ ਤਰ੍ਹਾਂ ਦਾ ਮਾਹੌਲ ਸੀ ਸਾਡੇ ਤੇ, ਜ਼ਿਆਦਾ ਪੋਲੀਟੀਕਲ ਜਿਹੜੇ ਖਿਆਲ ਨੇ ਉਹ ਯੰਗ ਏਜ ਦੇ ਵਿੱਚ ਇੰਸਪਾਇਰ ਕਰਦੇ ਸੀ, ਮੋਟੀਵੇਟ ਕਰਦੇ ਸੀ। ਤੇ ਪਾਸ਼ ਥੋੜਾ ਇਨਕਲਾਬੀ ਖਿਆਲਾਂ ਵਾਲਾ, ਪਾਸ਼ ਥੋੜਾ ਜਿਹਾ ਗਰਮ, ਉਸ ਕਿਸਮ ਦੀ ਜਿਹੜੀ ਹੈਗੀ ਹੈ ਸੁਰ ਵਾਲਾ ਪੋਇਟ ਸੀਗਾ। ਤੇ ਸਾਨੂੰ ਸ਼ੁਰੂ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਸੀ। ਔਰ ਉਹਨਾਂ ਦਿਨਾਂ ਵਿੱਚ ਹੀ ਪਾਸ਼ ਦੀ ਡੈਥ ਵੀ ਹੋਈ ਸੀ। ਤੇ ਪਾਸ਼ ਦਾ ਡੈਫੀਨੇਟਲੀ ਬਹੁਤ ਜ਼ਿਆਦਾ ਅਸਰ ਸ਼ੁਰੂ ਦੇ ਵਿੱਚ ਮੇਰੇ ਤੇ ਰਿਹਾ। ਤੇ ਬਾਅਦ ਦੇ ਵਿੱਚ ਦੂਸਰੇ ਪੋਇਟ ਵੀ ਆ ਗਏ। ਫਿਰ ਤੇ ਚਲੋ ਲਾਈਫ ਦੇ ਵਿੱਚ ਬੰਦਾ ਬਹੁਤ ਕੁਝ ਪੜ੍ਹਦਾ ਲਿਖਦਾ ਜਾਂਦਾ। ਪਰ ਪਾਸ਼ ਇੱਕ ਇਹੋ ਜਿਹਾ ਮਤਲਬ ਨਾਮ ਸੀਗਾ ਜਿਹੜਾ ਮੈਂ ਜੇ ਲਾਈਫ ਦੇ ਵਿੱਚ ਰੀਅਲੀ ਜੇ ਕਹਿ ਸਕਾਂ ਮੈਂ ਕਿਸੇ ਦਾ ਫੈਨ ਰਿਹਾ। ਹੁਣ ਮੈਂ ਡਿਫਰੈਂਟ ਸਟੇਜ ਹੈ,
ਪਰ ਮੈਂ ਆਪਣੀ ਯੰਗ ਏਜ ਦੇ ਵਿੱਚ ਜੇ ਕੋਈ ਮੈਨੂੰ ਵਾਕਈ ਫੈਨ ਵਾਂਗ ਜੇ ਮੈਂ ਕਿਸੇ ਨਾਲ ਰਿਲੇਟ ਕਰਦਾ ਸੀ ਤਾਂ ਉਹ ਪਾਸ਼ ਸੀਗਾ। ਔਰ ਉਹਦੀ ਮੈਂ ਲਿਖੀ ਹੋਈ ਹਰ ਚੀਜ਼ ਪੜ੍ਹਦਾ ਸੀ, ਕਿਤੇ ਵੀ ਕੁਝ ਮੈਨੂੰ ਮਿਲ ਜੇ, ਕੋਈ ਆਰਟੀਕਲ ਮਿਲ ਜੇ, ਕੋਈ ਪੋਇਮ ਮਿਲ ਜੇ, ਉਹਦੇ ਬਾਰੇ ਕੋਈ ਰੈਫਰੈਂਸ ਮਿਲ ਜੇ, ਉਹਦੇ ਬਾਰੇ ਕੋਈ ਗੱਲ ਕਿਤੋਂ ਸੁਣ ਜਾਏ, ਤਾਂ ਇਸ ਕਿਸਮ ਦਾ ਉਹਦੇ ਨਾਲ ਸੀਗੀ ਅਟੈਚਮੈਂਟ। ਅੱਛਾ ਸ਼ਬੀਲ ਜੀ, ਇੱਕ ਚੀਜ਼ ਹੋਰ ਹੈ, ਜਦੋਂ ਤੁਸੀਂ ਹੁਣ ਅੱਜ ਦੀ ਜਿਹੜੀ ਪ੍ਰੈਜ਼ੈਂਟ ਜਨਰੇਸ਼ਨ ਹੈ, ਅਸੀਂ ਕੀ ਯੰਗ ਜਨਰੇਸ਼ਨ ਹੈ, ਤੁਹਾਨੂੰ ਉਹਨਾਂ ਦੇ ਵਿੱਚ ਉਹ ਫਾਇਰ ਦਿਸਦਾ, ਉਹਨਾਂ ਦੀ ਲੇਖਣੀ ਵਿੱਚ, ਉਹਨਾਂ ਦੇ ਕਲਮ ਦੇ ਵਿੱਚ ਉਹ ਫਾਇਰ ਜੋ ਤੁਸੀਂ ਤੁਹਾਡੇ ਕੋਲ ਹੈਗਾ? ਕਿਉਂਕਿ ਅੱਜ ਦੀ ਜਿਹੜੀ ਯੰਗ ਜਨਰੇਸ਼ਨ ਅਸੀਂ ਦੇਖਦੇ ਹਾਂ ਜ਼ਿਆਦਾਤਰ ਟਵਿੱਟਰ, ਇੰਸਟਾਗ੍ਰਾਮ, ਫੇਸਬੁੱਕ ਇਹਨਾਂ 'ਤੇ ਹੀ ਲੱਗੀ ਰਹਿੰਦੀ ਹੈ। ਆਈ ਸਟਿਲ ਫਾਈਂਡ ਕਿ ਉਹ ਟੈਲੈਂਟ ਨਾ ਤਾਂ ਨਿਕਲ ਕੇ ਆ ਰਿਹਾ, ਨਾ ਬੱਚਿਆਂ ਦਾ ਕੋਈ ਰੁਝੇਵਾਂ ਹੈ ਇਸ ਪਾਸੇ ਲਿਖਣ ਦਾ, ਨਾ ਦੇ ਡੋਂਟ ਕੋਈ ਇੰਕਲੀਨੇਸ਼ਨ ਹੈ ਹੀ ਨਹੀਂ ਉਹਨਾਂ ਦਾ ਇਸ ਤਰਫ। ਕਿ ਤੁਸੀਂ ਇਹਦੇ ਬਾਰੇ ਕੀ ਮਤਲਬ ਫਰਕ ਮਹਿਸੂਸ ਕਰਦੇ ਹੋ? ਹੁਣ ਨਹੀਂ ਮੰਨਦਾ, ਕਿਉਂਕਿ ਆਪਾਂ ਨੂੰ ਜਿਹੜੀ ਮੈਜੋਰਿਟੀ ਜਿਹੜਾ ਯੂਥ ਹੈ ਉਹ ਤੁਹਾਨੂੰ ਵਾਕਈ ਉਹੀ ਲੱਗਦਾ ਕਿ ਜਿਹੜਾ ਤੁਹਾਨੂੰ ਲੱਗਦਾ ਕਿ ਅੱਜ ਕੱਲ੍ਹ ਦੇ ਜਿਹੜੇ ਗਾਣੇ ਸੁਣ ਰਿਹਾ। ਪਰ ਨਾਲੋਂ ਨਾਲ ਕਿਉਂਕਿ ਮੇਰੇ ਕੰਟੈਕਟ ਵੀ ਹੈਗੇ ਨੇ, ਨਵੇਂ ਜਿਹੜਾ ਜਨਰੇਸ਼ਨ ਹੈ ਉਹਦੇ 'ਚ ਲਿਟਰੇਚਰ ਪੜ੍ਹਨ ਵਾਲੇ, ਲਿਟਰੇਚਰ ਲਿਖਣ ਵਾਲੇ, ਲਿਟਰੇਚਰ 'ਚ ਨਵੀਂ ਤਰ੍ਹਾਂ ਦੇ ਐਕਸਪੈਰੀਮੈਂਟ ਕਰਨ ਵਾਲੇ ਬਹੁਤ ਲੋਕ ਨੇ। ਬਹੁਤ ਯੰਗ ਤਬਕਾ ਗਰੁੱਪ ਇਹੋ ਜਿਹਾ ਵੀ ਹੈਗਾ ਜਿਹੜਾ ਸੀਰੀਅਸ ਲਿਟਰੇਚਰ ਪੜ੍ਹਦਾ, ਜਿਹੜਾ ਸੀਰੀਅਸ ਇਸ਼ੂਜ਼ ਬਾਰੇ ਸੋਚਦਾ, ਜਿਹੜਾ ਸੀਰੀਅਸ ਇਸ਼ੂਜ਼ ਬਾਰੇ ਗੱਲ ਕਰਦਾ। ਹੁਣ ਆ ਜਿਹੜਾ ਗਰੁੱਪ ਹੈਗਾ ਸਾਰਾ ਜਿਹੜਾ ਪੰਜਾਬੀ ਵਿਕੀਪੀਡੀਆ ਨਾਲ ਜੁੜਿਆ ਹੋਇਆ, ਕਈ ਪੰਜਾਬੀ ਜਿਹੜੇ ਪੰਜਾਬੀ ਯੂਨੀਵਰਸਿਟੀ 'ਚ, ਪੰਜਾਬ ਯੂਨੀਵਰਸਿਟੀ 'ਚ ਜਾਂ ਹੋਰ ਥਾਵਾਂ 'ਤੇ ਲਿਟਰੇਚਰ ਨਾਲ ਜੁੜੇ ਹੋਏ ਨੇ, ਕਈਆਂ ਨੇ ਨਿੱਕੇ ਨਿੱਕੇ ਹੋਰ ਗਰੁੱਪ ਬਣਾਏ ਹੋਏ ਨੇ। ਸੋ ਲਿਟਰੇਚਰ ਨਾਲ ਜੁੜਿਆ ਹੋਇਆ, ਸੀਰੀਅਸ ਸਿਨੇਮਾ ਨਾਲ ਜੁੜਿਆ ਹੋਇਆ, ਸੀਰੀਅਸ ਥੀਏਟਰ ਨਾਲ ਜੁੜਿਆ ਹੋਇਆ, ਇਹੋ ਜਿਹੇ ਲੋਕਾਂ ਦੀ ਕਮੀ ਨਹੀਂ ਹੈ ਪੰਜਾਬ ਦੇ ਵਿੱਚ। ਆਪਾਂ ਨੂੰ ਸਿਰਫ ਲੱਗਦਾ ਹੈ ਕਿ ਵੀ ਸ਼ਾਇਦ ਨਵੀਂ ਜਨਰੇਸ਼ਨ 'ਚ ਇਹੋ ਜਿਹੇ ਲੋਕ ਨਹੀਂ। ਮਤਲਬ ਲੱਗਦਾ ਅੱਜ ਕੱਲ੍ਹ ਦਾ ਮਾਹੌਲ ਉਹਨਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਵੀ, ਉਹਨਾਂ ਨੂੰ ਥੋੜ੍ਹਾ ਜਿਹਾ ਹੈਲਪ ਕਰਨ ਵਾਸਤੇ, ਜਾਂ ਉਹਨਾਂ ਨੂੰ ਇੱਕ ਪੋਜ਼ੀਟਿਵ ਐਟਮੋਸਫੇਅਰ ਦੇਣ ਵਾਸਤੇ ਚੱਲ ਰਿਹਾ। ਡੂ ਯੂ ਸਟਿਲ ਫਾਈਂਡ ਇਹੋ ਜਿਹੀ ਚੀਜ਼ਾਂ? ਮਤਲਬ ਆਈ ਐਮ ਨਾਟ ਕੰਪੇਅਰਿੰਗ ਪੰਜਾਬ ਵਿਦ ਟੋਰੰਟੋ, ਤੁਹਾਨੂੰ ਉੱਥੇ ਅਲੱਗ ਪਰਸਪੈਕਟਿਵ ਦਿਖ ਸਕਦਾ ਹੈ, ਇੱਥੇ ਹੁਣ ਪੰਜਾਬ ਦੀ ਅਸੀਂ ਗੱਲ ਕਰੀਏ ਤੇ ਇਹਦੇ 'ਚੋਂ ਮੈਨੂੰ ਲੱਗਦਾ ਨਵੇਂ ਤਰ੍ਹਾਂ ਦੇ ਲੋਕ ਸਾਹਮਣੇ ਆਉਣਗੇ, ਉਹਨਾਂ ਦੇ ਨਵੀਂ ਤਰ੍ਹਾਂ ਦੇ ਚੈਲੰਜਸ ਨੇ। ਮੈਂ ਨਵੀਨ ਜੀ ਇਹ ਮੰਨਦਾ ਕਿ ਹਰ ਜਨਰੇਸ਼ਨ ਦੇ ਵਿੱਚੋਂ ਲੋਕ ਨਿਕਲਦੇ ਨੇ, ਔਰ ਹਰ ਜਨਰੇਸ਼ਨ ਦੇ ਜਿਸ ਦੌਰ ਦੇ ਵਿੱਚ ਵੱਧ ਚੈਲੰਜਸ ਹੋਣ ਉਹਦੇ 'ਚ ਜ਼ਿਆਦਾ ਸਟਰੋਂਗ ਬੰਦੇ ਨਿਕਲਦੇ ਨੇ। ਤੁਸੀਂ ਇਹ ਦੇਖਣਾ ਕਿ ਇਸ ਦੌਰ 'ਚੋਂ ਵੀ ਪੰਜਾਬ 'ਚੋਂ ਬਹੁਤ ਇੰਟੈਲੀਜੈਂਟ ਲੋਕ ਅੱਗੇ ਆਉਣਗੇ, ਅੱਗੇ ਜਾ ਕੇ। ਹਜੇ ਉਹ ਯੰਗ ਹੋਣਗੇ, ਹਜੇ ਹੋ ਸਕਦਾ ਉਹ ਬੱਚੇ ਹੋਣ, ਹੋ ਸਕਦਾ ਹਜੇ ਉਹਨਾਂ ਦੀ ਪਛਾਣ ਨਾ ਹੋਵੇ, ਪਰ ਤੁਸੀਂ ਦੇਖਣਾ ਇਸ ਜਨਰੇਸ਼ਨ 'ਚ ਜਦੋਂ ਪੰਜਾਬ ਦੇ ਵਿੱਚ ਇੰਨੀ ਅੱਗ ਲੱਗੀ ਹੋਈ ਸੀ, ਜਦੋਂ ਇੰਨੇ ਬੰਦੇ ਮਰਦੇ ਸੀ, ਉਸ ਦੌਰ 'ਚੋਂ ਵੀ ਤਾਂ ਬੰਦੇ ਨਿਕਲੇ ਨੇ। ਜਦੋਂ ਪੰਜਾਬ ਦੇ ਵਿੱਚ ਆਪਾਂ ਨੂੰ ਲੱਗਦਾ ਸੀ ਪੂਰੀ ਦੀ ਪੂਰੀ ਜਨਰੇਸ਼ਨ ਖਰਾਬ ਹੋ ਗਈ, ਉਸ ਦੌਰ 'ਚੋਂ ਵੀ ਚੰਗੇ ਲੋਕ ਨਿਕਲੇ, ਇਸ ਦੌਰ 'ਚੋਂ ਵੀ ਨਿਕਲਣਗੇ। ਮੈਂ ਤਾਂ ਇਹਦੇ ਬਾਰੇ ਬੜਾ ਕੌਨਫੀਡੈਂਟ ਹਾਂ, ਬੜਾ ਆਸਵੰਦ ਹਾਂ। ਸ਼ਬੀਲ ਜੀ, ਇੱਕ ਚੀਜ਼ ਹੋਰ, ਜਿਸ ਤਰ੍ਹਾਂ ਜੋ ਲੇਖਣੀ ਹੁੰਦੀ ਹੈ, ਜੋ ਲੇਖਕ ਹੁੰਦਾ ਹੈ, ਕਵੀ ਹੁੰਦਾ, ਉਹਨੂੰ ਆਪਣੀ ਸਾਰੀਆਂ ਰਚਨਾਵਾਂ, ਸਾਰੇ ਜਿਹੜੀਆਂ ਆਪਣੀਆਂ ਰਚਨਾ ਕਰਦੇ ਨੇ, ਸਾਰੀਆਂ ਚੰਗੀਆਂ ਲੱਗਦੀਆਂ। ਇੱਕ ਕੋਈ ਐਸੀ ਜ਼ਰੂਰ ਹੋਏਗੀ ਜਿਹੜੀ ਤੁਹਾਡੇ ਦਿਲ ਦੇ ਕਰੀਬ ਹੋਏਗੀ, ਜਿਹੜੀ ਤੁਹਾਨੂੰ ਲੱਗਦਾ ਹੋਣਾ ਕਿ ਆਈ ਹੈਵ ਰਿਟਨ ਇਟ ਇਨ ਦ ਬੈਸਟ ਵੇ। ਕਿਹੜੀ ਇੱਕ ਐਸੀ ਰਚਨਾ ਜਾਂ ਕਿਹੜੀ ਜਿਹਦਾ ਤੁਸੀਂ ਇੱਕ ਕਿਤਾਬ ਦਾ ਕਿਸੇ ਦਾ ਜ਼ਿਕਰ ਕਰਨਾ ਚਾਹੋ ਵਿਚ ਯੂ ਸਟਿਲ ਫੀਲ ਕਿ ਦੈਟ ਵਾਜ਼ ਦ ਬੈਸਟ, ਉਹ ਤੁਹਾਨੂੰ ਖੁਦ ਨੂੰ, ਮਨ ਨੂੰ ਅੱਛੀ ਲੱਗੀ ਹੋਏ? ਦੇਖੋ, ਮੇਰੀ ਜਿਹੜੀ ਰੀਸੈਂਟ ਕਿਤਾਬ ਹੈਗੀ, ਜਿਹੜੀ ਮੈਂ 2009 'ਚ ਪਾਈ ਹੈ, ਉਹਦਾ ਨਾਮ ਹੈਗਾ ਧੂਫ। ਅੱਛਾ, ਧੂਫ ਇੱਕ ਪੋਇਟਰੀ ਦੀ ਕਿਤਾਬ ਹੈ, ਔਰ ਇਹਦੇ 'ਚ ਮੇਰੀਆਂ ਨਵੀਆਂ ਕਵਿਤਾਵਾਂ ਨੇ। ਤੇ ਕੁਦਰਤੀ ਹੈ, ਮੈਨੂੰ ਇਸ ਤਰ੍ਹਾਂ ਦੇਖਦਾ ਜਿਹੜਾ ਮੇਰੇ ਅੱਜ ਦੇ ਐਕਸਪੀਰੀਅੰਸ ਦੇ ਜ਼ਿਆਦਾ ਨੇੜੇ ਹੈ, ਕੁਦਰਤੀ ਹੈ, ਮੈਨੂੰ ਉਹ ਜ਼ਿਆਦਾ ਚੰਗੀ ਲੱਗਦੀ ਹੈ। ਸੋ ਧੂਫ ਜਿਹੜੀ ਮੇਰੀ ਕਿਤਾਬ ਹੈ, ਉਹਦੇ 'ਚ ਉਹ ਕਵਿਤਾਵਾਂ ਨੇ ਜਿਹੜੀਆਂ ਮੇਰੀਆਂ ਅੱਜ ਜਿਵੇਂ ਮੈਂ ਸੋਚ ਰਿਹਾ, ਅੱਜ ਜਿਵੇਂ ਮੈਂ ਫੀਲ ਕਰ ਰਿਹਾ, ਉਹਦੇ ਨੇੜੇ। ਤੇ ਮੈਨੂੰ ਹੁਣ ਪਤਾ ਨਹੀਂ ਤੁਹਾਡੇ ਕੋਲ ਟਾਈਮ ਕਿੰਨਾ ਕਿ ਨਹੀਂ, ਤੇ ਮੈਂ ਤੁਹਾਨੂੰ ਵਿੱਚੋਂ ਸੁਣਾ ਵੀ ਦਿੰਦਾ। ਮੈਂ ਤੁਹਾਨੂੰ ਉਹਦੇ ਤੇ ਆ ਹੀ ਰਿਹਾ ਹੁਣ। ਮੈਂ ਇੱਕ ਤੇ ਧੂਫ ਦੇ ਵਿੱਚੋਂ ਸਾਨੂੰ ਕੁਝ ਸੁਣਾ ਦਿਓ ਜੋ ਤੁਹਾਡੀ ਬੈਸਟ ਵਿਚ ਯੂ ਵਾਂਟ ਟੂ ਸ਼ੇਅਰ। ਮੈਂ ਬੈਸਟ ਨਹੀਂ ਕਹੂੰਗਾ, ਕਿਉਂਕਿ ਬੈਸਟ ਦਾ ਤਾਂ ਚੱਕਰ ਹੀ ਹੋਏਗਾ ਕਿ ਫਿਰ ਆਪਣੀ ਜਿਹੜੀ ਆਪਾਂ ਟੀਵੀ ਜਿਹੜੀ ਇੰਟਰਵਿਊ ਹੈ, ਇਹਦੇ ਨਾਲ ਆਪਾਂ ਨੂੰ ਰਿਲੇਟ ਕਰਨਾ ਪੈਣਾ। ਕਈ ਚੀਜ਼ਾਂ ਥੋੜਾ ਇਹੋ ਜਿਹੀਆਂ ਹੁੰਦੀਆਂ ਨੇ ਕਿ ਹੋ ਸਕਦਾ ਫਿਰ ਜ਼ਿਆਦਾ ਲੋਕ ਉਹਦੇ ਨਾਲ ਰਿਲੇਟ ਨਾ ਕਰ ਸਕਣ। ਪਰ ਮੈਂ ਕਿਉਂਕਿ ਹੁਣ ਮੈਂ ਇੱਥੇ ਬੈਠਾ ਟੋਰਾਂਟੋ 'ਚ, ਤੁਸੀਂ ਉੱਥੋਂ ਗੱਲ ਕਰ ਰਹੇ ਹੋ, ਆਪਣੇ ਉਹ ਪਿੱਛੇ ਨਾਲ ਜਿਹੜਾ ਕਨੈਕਸ਼ਨ ਆ ਉਹਦੀ ਵੀ ਗੱਲ ਕਰ ਰਹੇ ਹਾਂ। ਤੇ ਸਾਡਾ ਜਿਹੜਾ ਇੱਕ ਸਫ਼ਰ ਹੁੰਦਾ ਹੈ ਬੰਦੇ ਦਾ, ਕਿ ਅਸੀਂ ਇੱਕ ਵਾਰ ਆਪਣੀ ਜਨਮ ਭੂਮੀ ਤੋਂ, ਆਪਣੇ ਕਲਚਰ ਤੋਂ ਦੂਰ ਭੱਜਦੇ। ਇਹ ਨਾ ਸੱਚੀ ਕਹਾਣੀ ਹੈ ਇੱਕ। ਸੱਚੀ ਕਹਾਣੀ ਇਹ ਹੈ ਕਿ ਕੋਈ ਬਹੁਤ ਯੰਗ ਏਜ ਦੇ ਵਿੱਚ ਇੱਥੇ ਆ ਗਏ ਸੀਗੇ, ਬਹੁਤ ਛੋਟੀ ਉਮਰ ਇੱਥੇ ਆ ਕੇ ਪੜ੍ਹੇ, ਤੇ ਇੱਥੋਂ ਦੇ ਕਲਚਰ 'ਚ ਹੀ ਢਲ ਗਏ। ਉਹ ਕਹਿੰਦੇ ਵੀ ਮੈਂ ਪੰਜਾਬੀ ਬੋਲਦਾ ਵੀ ਨਹੀਂ ਸੀ, ਮੈਂ ਪੰਜਾਬੀ ਲਗਭਗ ਭੁੱਲ ਹੀ ਗਿਆ ਸੀ, ਖਾਣਾ ਵੀ ਮੈਂ ਇੱਥੋਂ ਵਾਲੀ ਖਾਂਦਾ ਸੀ, ਤੇ ਮੈਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਕੈਨੇਡੀਅਨ ਕਲਚਰ 'ਚ ਢਾਲ ਲਿਆ। ਤੇ ਹੁਣ ਤੇ ਉਹ ਬਜ਼ੁਰਗ ਨੇ, ਤੇ ਜਦੋਂ ਹੁਣ ਸਾਨੂੰ ਮਿਲਦੇ ਨੇ ਤੇ ਉਹ ਹਮੇਸ਼ਾ ਪੰਜਾਬੀ 'ਚ ਹੀ ਗੱਲ ਕਰਦੇ ਨੇ, ਔਰ ਉਹਨਾਂ ਨੂੰ ਜਿਹੜਾ ਆਪਣਾ ਪੁਰਾਣਾ ਇੰਡੀਅਨ ਕਲਚਰ ਹੈ ਉਹਦੇ 'ਚ ਬਹੁਤ ਇੰਟਰਸਟ ਹੈ। ਉਹਨਾਂ ਦਾ ਖਾਣਾ ਵੀ ਹੁਣ ਉਹ ਹਮੇਸ਼ਾ
ਜਿਹੜਾ ਹੈਗਾ ਆਪਣੀ ਸਿੰਪਲ ਖਾਣਾ ਖਾਂਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਆਦਮੀ ਇਨਸਾਨ ਆਪਣੀਆਂ ਜੜ੍ਹਾਂ ਤੋਂ ਇੱਕ ਵਾਰ ਟੁੱਟਦਾ ਤੇ ਟੁੱਟ ਕੇ ਮੁੜ ਕੇ ਫਿਰ ਵਾਪਸ ਉੱਥੇ ਹੀ ਘੁੰਮ ਫਿਰ ਕੇ ਆਉਂਦਾ। ਤੁਸੀਂ ਆਪਣੀਆਂ ਜੜ੍ਹਾਂ ਤੋਂ ਦੂਰ ਨਹੀਂ ਜਾ ਸਕਦੇ। ਇਹ ਕਹਾਣੀ ਸੀ ਕਿ ਤੇ ਉਹਦੇ ਬਾਰੇ ਹੀ ਕਵਿਤਾ ਹੈ ਤੇ ਇਹਨੂੰ 5-6 ਮਿੰਟ ਲੱਗਣੇ, ਮੈਂ ਤੁਹਾਨੂੰ ਸੁਣਾ ਸਕਦਾ। ਇਹਦਾ ਨਾਂ ਹੈਗਾ ਦਾਲ ਰੋਟੀ, ਕਹਾਣੀ ਦੇ ਰੂਪ ਚ ਕਵਿਤਾ ਹੈ। ਅੱਛਾ ਜੀ। ਦਾਲ ਰੋਟੀ ਕਹਿੰਦਾ ਉਹ ਮੁੜ ਆਇਆ ਹੈ ਦਾਲ ਰੋਟੀ ਤੇ, ਉਹ ਮੁੜ ਆਇਆ ਹੈ ਦਾਲ ਰੋਟੀ ਤੇ। ਅੱਛਾ। ਦਾਲ ਰੋਟੀ ਤੇ ਪ੍ਰੋਫੈਸਰ ਵਰਮਾ ਛੋਟੀ ਉਮਰ ਚ ਆ ਗਿਆ ਸੀ ਕੈਨੇਡਾ। ਖਾਣਾ ਪੀਣਾ ਆਪਣਾ ਸਭ ਕੁਝ ਭੁੱਲ ਗਿਆ, ਬੋਲੀ ਵੀ ਰਹਿਣ ਸਹਿਣ ਸਾਰਾ ਕੈਨੇਡਾ ਦਾ ਧੁਰ ਤੱਕ ਹੋ ਗਿਆ। ਪ੍ਰੋਫੈਸਰ ਵਰਮਾ ਛੋਟੀ ਉਮਰ ਚ ਆ ਗਿਆ ਸੀ ਕੈਨੇਡਾ, ਖਾਣਾ ਪੀਣਾ ਆਪਣਾ ਸਭ ਕੁਝ ਭੁੱਲ ਗਿਆ, ਬੋਲੀ ਵੀ ਰਹਿਣ ਸਹਿਣ ਸਾਰਾ ਕੈਨੇਡਾ ਦਾ ਹੋ ਗਿਆ ਧੁਰ ਤੱਕ। ਉਸਨੂੰ ਲੱਗਦਾ ਉਹ ਤਾਂ ਕੈਨੇਡੀਅਨ ਹੀ ਹੈ ਸਾਰੇ ਦਾ ਸਾਰਾ। ਪੰਜਾਬੀ ਉਸਨੂੰ ਔੜਦੀ ਨਾ, ਦੋਸਤ ਮਿੱਤਰ ਕੋਈ ਨਾ, ਜੋ ਬੋਲੇ ਬੋਲੀ ਉਸਦੀ, ਜੋ ਕਹੇ ਚੱਲ ਅੱਜ ਸਮੋਸੇ ਖਾਈਏ, ਜਲੇਬੀਆਂ ਛਕੀਏ ਨਗਰ ਕੀਰਤਨ ਤੇ, ਇਹੋ ਜਿਹਾ ਕੋਈ ਦੋਸਤ ਉਹਦਾ ਰਿਹਾ ਨਹੀਂ। ਉਹ ਮਾਈਕ੍ਰੋਵੇਵ 'ਚ ਚਾਹ ਬਣਾਉਂਦਾ, ਫਾਸਟ ਫੂਡ ਖਾਂਦਿਆਂ ਬਹੁਤ ਤੇਜ਼ ਚੱਲਿਆ। ਉਮਰ ਬੀਤ ਗਈ, ਟਲ ਗਿਆ ਬਹੁਤ ਕੁਝ, ਖਿੱਚਾਂ ਜੀਵਨ ਦੀਆਂ ਫਿੱਕੀਆਂ ਪੈ ਗਈਆਂ, ਚਮਕਦੀਆਂ ਚੀਜ਼ਾਂ ਮੈਲੀਆਂ ਲੱਗਣ ਲੱਗੀਆਂ ਤੇ ਉਹ ਬੈਠ ਗਿਆ। ਬੈਠ ਕੇ ਦੇਖਣ ਲੱਗਾ ਆਪਣੇ ਆਪ ਨੂੰ, ਆਲੇ ਦੁਆਲੇ ਨੂੰ। ਮਨ ਮੁੜ ਆਇਆ ਜਿਵੇਂ ਸਪੇਸ ਯਾਤਰੀ ਵਾਪਸ ਧਰਤੀ ਤੇ ਆ ਗਿਆ ਹੋਵੇ। ਮਨ ਉਸਦਾ ਮੁੜ ਆਇਆ ਜਿਵੇਂ ਸਪੇਸ ਯਾਤਰੀ ਵਾਪਸ ਧਰਤੀ ਤੇ ਆ ਗਿਆ ਹੋਏ, ਜਾਂ ਫੌਜੀ ਕੋਈ ਪਿੰਡ ਆ ਗਿਆ ਹੋਏ ਰਿਟਾਇਰ ਹੋ ਕੇ। ਫਾਸਟ ਫੂਡ ਹੁਣ ਬੇਸਵਾਦੀ ਹੋ ਗਿਆ, ਤਰ੍ਹਾਂ ਤਰ੍ਹਾਂ ਦੇ ਖਾਣਿਆਂ 'ਚ ਮਨ ਨਾ ਰਿਹਾ। ਸਿਰਫ ਦਾਲ ਰੋਟੀ ਖਾਂਦਾ ਅੱਜ ਕੱਲ, ਗੁੜ ਦੀ ਚਾਹ ਪੀਂਦਾ। ਪੰਜਾਬੀ 'ਚ ਗੱਲਾਂ ਕਰਦਿਆਂ ਸਵਾਦ ਆਉਂਦਾ ਉਸਨੂੰ ਬੇਸਣ ਦੀ ਬਰਫੀ ਵਰਗਾ। ਸੋਚਦਾ ਆਪਣੀ ਮਿੱਟੀ ਵਿੱਚ ਬੰਦੇ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ। ਉਹ ਸੋਚਦਾ ਹੈ ਆਪਣੀ ਮਿੱਟੀ 'ਚ ਬੰਦੇ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ, ਬੰਦਾ ਵੀ ਬੂਟਿਆਂ ਵਰਗਾ ਆਪਣੀ ਮਿੱਟੀ ਨਾਲ ਹੀ ਬਣਦਾ। ਜਿਵੇਂ ਹਰ ਮਿੱਟੀ ਦੇ ਸੇਬ ਦੀ ਆਪਣੀ ਨਸਲ ਹੁੰਦੀ, ਬਦਾਮ ਜਿਵੇਂ ਹਰ ਜਗ੍ਹਾ ਨਹੀਂ ਹੁੰਦੇ, ਨਾਰੀਅਲ ਜਿਵੇਂ ਉੱਗਦਾ ਹੈ ਆਪਣੀ ਆਬੋ ਹਵਾ ਵਿੱਚ। ਮੈਂ ਵੀ ਬੂਟਾ ਜੋ ਪੁੱਟ ਲਿਆਇਆ ਆਪਣੇ ਆਪ ਨੂੰ, ਜੜ੍ਹਾਂ ਲਾ ਲੀਆਂ ਇੱਥੇ, ਪਰ ਮੇਰੀ ਕਿਸਮ ਨਹੀਂ ਬਦਲੀ। ਬਹੁਤ ਖੂਬਸੂਰਤ, ਬਹੁਤ ਹੀ ਤੁਸੀਂ ਮਤਲਬ ਇੱਕ ਕੰਪੈਰੀਜ਼ਨ ਜਿਹੜਾ ਵੀ ਕੀਤਾ ਹੈ ਭਾਰਤ ਦੀ ਧਰਤੀ ਦਾ ਔਰ ਕੈਨੇਡਾ ਦੇ ਵਿੱਚ ਜਿਹੜੋ ਬੰਦਾ ਉੱਥੇ ਪਹੁੰਚੇ ਉਹਦੇ ਮਨ ਮਸਤਿਸ਼ਕ 'ਤੇ ਕੀ ਟਰਮੋਇਲ ਚੱਲਦਾ, ਕੀ ਕ੍ਰਾਈਸਿਸ ਚੱਲਦਾ। ਯੂ ਹੈਵ ਰਿਟਨ ਇਟ ਵੈਰੀ ਵੈਲ। ਸ਼ਮੀਲ ਜੀ, ਬਹੁਤ ਤੁਸੀਂ ਖੂਬਸੂਰਤੀ ਨਾਲ ਇਹਨੂੰ ਪੇਸ਼ ਕੀਤਾ ਔਰ ਵੀ ਰੀਲੀ ਐਡਮਾਇਰ ਯੋਰ ਗੁੱਡ ਵਰਕ ਔਰ ਵੀ ਰੀਲੀ ਅਪਰੀਸ਼ੀਏਟ ਯੋਰ ਗੁੱਡ ਰਾਈਟਿੰਗ ਸਕਿੱਲਸ। ਅਤੇ ਸ਼ਮੀਲ ਜੀ, ਤੁਸੀਂ ਸਾਡੇ ਨਾਲ ਜੁੜੇ ਟੋਰੰਟੋ ਤੋਂ, ਸਾਡੇ ਨਾਲ ਗੱਲਾਂ ਕੀਤੀਆਂ। ਪੰਜਾਬੀ ਜਿਹੜੇ ਸਾਡੇ ਭਰਾ ਨੇ, ਭਾਈਚਾਰਾ ਜਿਹੜਾ ਤੁਹਾਨੂੰ ਦੇਖ ਰਿਹਾ ਦੁਨੀਆ ਭਰ 'ਚ, ਉਹ ਵੀ ਤੁਹਾਡੇ ਹੋਰ ਮੁਤਾਸਰ ਹੋ ਜਾਣਗੇ, ਤੁਹਾਡੇ ਹੋਰ ਐਡਮਾਇਰਰ ਹੋ ਜਾਣਗੇ ਤੁਹਾਡੀ ਇਸ ਖੂਬਸੂਰਤੀ ਔਰ ਤੁਹਾਡੀ ਇਸ ਕਲਮ ਦੀ ਖੂਬਸੂਰਤੀ ਨੂੰ ਦੇਖ ਕੇ। ਬਹੁਤ ਬਹੁਤ ਸ਼ੁਕਰੀਆ ਸ਼ਮੀਲ ਜੀ, ਬਹੁਤ ਬਹੁਤ ਸ਼ੁਕਰੀਆ। ਮੈਂ ਜੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ ਜੀ। ਅਤੇ ਇਹ ਸਨ ਸ਼ਮੀਲ ਜਸਵੀਰ ਜੀ ਟੋਰੰਟੋ ਤੋਂ, ਜੋ ਦੱਸ ਰਹੇ ਸੀ ਕਿ ਉੱਥੇ ਦੀ ਜਿਹੜੀ ਧਰਤੀ ਹੈ, ਉੱਥੇ ਜਿਹੜੇ ਪੰਜਾਬੀ ਭਾਈਚਾਰੇ ਦੇ ਬੰਦੇ ਗਏ ਹਨ, ਜਿਹੜੇ ਬੱਚੇ ਉੱਥੇ ਪੜ੍ਹਨ ਗਏ ਨੇ, ਉਹਨਾਂ ਦਾ ਕਰੋਨਾ ਨੂੰ ਲੈ ਕੇ ਅੱਜ ਦੀ ਡੇਟ 'ਚ ਕੀ ਕ੍ਰਾਈਸਿਸ ਚੱਲਦਾ ਪਿਆ। ਔਰ ਚੂੰਕਿ ਉਹ ਇੱਕ ਸਾਹਿਤ ਦੀ ਦੁਨੀਆ ਤੋਂ, ਲਿਟਰੇਚਰ ਦੀ ਦੁਨੀਆ ਤੋਂ ਜੁੜੇ ਹੋਏ ਨੇ, ਅਤੇ ਇਹ ਵੀ ਬਣਦਾ ਸੀ ਉਹਨਾਂ ਤੋਂ ਪੁੱਛਣਾ ਕਿ ਉਹਨਾਂ ਨੇ ਅੱਜ ਦੀ ਡੇਟ 'ਚ ਕੀ ਲਿਖਿਆ ਔਰ ਉਹਨਾਂ ਦੀ ਜਿਹੜੀ ਬੈਸਟ ਰਚਨਾ ਉਹਨਾਂ ਨੇ ਲਾਸਟ 'ਚ ਸੁਣਾਈ, ਉਹ ਸਭ ਤੁਸੀਂ ਦੇਖੀ ਅਤੇ ਸੁਣੀ। ਅਤੇ ਅਗਲੇ ਐਪੀਸੋਡ ਦੇ ਵਿੱਚ ਇੱਕ ਨਵੇਂ ਗੈਸਟ ਦੇ ਨਾਲ, ਇੱਕ ਨਵੇਂ ਮਹਿਮਾਨ ਦੇ ਨਾਲ ਤੁਹਾਨੂੰ ਫਿਰ ਮਿਲਾਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ।